ਅਟੈਕ ਹੁੰਦਾ ਉਹਦੇ 'ਚ ਸਮੇਤ ਸਿੰਘ ਸੈਣੀ ਵੱਜ ਜਾਂਦਾ, ਲੇਕਿਨ ਉਹਦੇ ਨਾਲ ਵਾਸਤਾ ਕੀ ਤਾਂ ਇਹ ਅੱਜ ਤੱਕ ਕਿਸੇ ਨੂੰ ਕਲੀਅਰ ਨਹੀਂ। ਜਿਨ੍ਹਾਂ ਦੇ ਵੀ ਉਸ ਕੇਸ 'ਚ ਚਲਾਨ ਕੀਤੇ ਗਏ ਉਹ ਸਾਰੇ ਦੇ ਸਾਰੇ ਬਰੀ ਹੋਏ ਨੇ। ਇਹ ਸਾਰਾ ਕੁਛ ਐਸਾ ਮਤਲਬ ਤਾਣਾ ਬਾਣਾ ਬੁੱਲ ਜਿਆ ਗਿਆ। ਔਰ ਦਵਿੰਦਰਪਾਲ ਸਿੰਘ ਭੁੱਲਰ ਨੇ ਜੋ ਦੇਖਿਆ ਕਿ ਮੇਰੇ ਘਰ ਦੇ ਵੀ ਚੱਕ ਲੈ, ਸਭ ਕੁਛ ਮੇਰਾ ਦੋਸਤ ਵੀ ਫੜ ਲਿਆ, ਤੇ ਦਵਿੰਦਰਪਾਲ ਸਿੰਘ ਭੁੱਲਰ ਸਾਈਡ ਤੇ ਹੋ ਗਏ। ਅਜੇ ਤੱਕ ਉਹ ਵਿਚਾਰੇ ਜੇਲ੍ਹ ਦੀਆਂ ਕਾਲ ਕੋਠਰੀਆਂ 'ਚ ਉਹ ਇਸ ਕੇਸ ਦੀ ਬਦੌਲਤ ਅਜੇ ਤੱਕ ਰੋਲ ਰਹੇ ਆ। ਤੇ ਸਮੇਤ ਸਿੰਘ ਸੈਣੀ ਦੇ ਉੱਪਰ ਹੁਣ ਜਿਹੜੀ FIR ਲੌਂਚ ਹੋਈ ਆ, ਜੇ ਇਹਦੇ 'ਚ ਅਰੈਸਟ ਕਰ ਜਾਂਦੇ ਤਾਂ ਕੈਪਟਨ ਸਾਹਿਬ ਦੇ ਗਲੋਂ ਬਹੁਤਾ ਜਿਹੜਾ ਸਿਆਪਾ ਸੀ ਉਹ ਲੈ ਜਾਣਾ ਸੀ, ਤੇ ਕੈਪਟਨ ਸਾਹਿਬ ਨੇ ਹੀਰੋ ਬਣਨਾ ਸੀ। ਜੈਡ ਸਿਕਿਉਰਿਟੀ ਦੇ ਵਿੱਚ ਤੁਹਾਡੇ ਹੱਥ 'ਚੋਂ ਬੰਦਾ ਨਿਕਲ ਜਾਵੇ ਤੇ ਲਾਹਨਤ ਆ ਇਹੋ ਜੀ ਸਰਕਾਰ ਤੇ। ਇਹੋ ਜੀ ਸਰਕਾਰ ਨੂੰ ਤਾਂ ਸਰਕਾਰ ਕਹਾਉਣ ਦਾ ਹੱਕ ਹੀ ਨਹੀਂ ਹੈ। ਸਰਕਾਰ ਹੋਣੀ ਨਹੀਂ ਚਾਹੀਦੀ ਇਹੋ ਜੀ ਕਿ ਜਿਹਦੇ ਹੱਥ 'ਚੋਂ DGP ਨਿਕਲ ਕੇ ਚੱਲ ਜਾਏ। ਕੋਈ ਮਾੜਾ ਮੋਟਾ ਮੁਲਜ਼ਮ ਚੱਲ ਜਾਏ ਵੱਖਰੀ ਗੱਲ ਆ, 3 ਕਤਲ ਇਕੱਠੇ ਹੋਏ ਹੋਣ, ਇੱਕੋ ਕੇਸ ਦੇ ਵਿੱਚ 3 ਕਤਲ ਨੇ, ਤੇ 3 ਕਤਲਾਂ ਦੇ ਵਿੱਚੋਂ ਉਹ ਵੀ ਇੱਕ DGP ਲੈਵਲ ਦਾ ਅਧਿਕਾਰੀ ਜਿਹੜਾ ਉਹ ਨਿਕਲ ਕੇ ਚੱਲ ਜਾਏ, ਤੇ ਮੇਰੇ ਹਿਸਾਬ ਨਾਲ ਸਰਕਾਰ ਨੂੰ ਸਰਕਾਰ ਕਹਾਉਣ ਦਾ ਹੱਕ ਹੀ ਨਹੀਂ ਹੈ। ਸਤਿ ਸ਼੍ਰੀ ਅਕਾਲ, ਸਲਾਮ ਅੱਜ ਸਾਰੇ ਹੀ ਦੇਸ਼ ਵਿਦੇਸ਼ ਦੇ ਦਾਨਿਸ਼ਮੰਦ ਦਰਸ਼ਕਾਂ ਨੂੰ ਅਕਾਲ ਚੈਨਲ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਨਾਲ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਦਾ ਇਸ ਪ੍ਰੋਗਰਾਮ ਦੇ ਸਵਾਗਤ ਕਰ ਰਿਹਾ। ਇੱਕ ਖਾਸ ਕੇਸ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਚਰਚਿਤ ਹੈ, ਪੰਜਾਬ ਪੁਲਿਸ ਦੇ ਵਿਵਾਦਤ ਉੱਚ ਅਧਿਕਾਰੀ ਸਾਬਕਾ DGP ਸਮੇਤ ਸਿੰਘ ਸੈਣੀ ਦੇ ਖਿਲਾਫ 1991 ਦਾ ਬਲਵੰਤ ਸਿੰਘ ਮੁਲਤਾਨੀ ਕੇਸ ਦਾ ਮਾਮਲਾ ਮੁੜ ਰਜਿਸਟਰ ਹੋਇਆ। ਬੜਾ ਲੰਮੀ ਜਦੋਜਹਿਦ ਹੈ। ਸਮੇਤ ਸਿੰਘ ਸੈਣੀ ਅਗਾਊਂ ਜ਼ਮਾਨਤ ਦੇ ਚੱਕਰਾਂ ਦੇ ਵਿੱਚ ਪਏ ਨੇ, ਅੰਡਰਗਰਾਊਂਡ ਨੇ। ਇੱਕ ਸਾਬਕਾ DGP ਜਿਸ ਦਾ ਪੂਰਾ ਸਿੱਕਾ ਚੱਲਦਾ ਸੀ, ਤੇ ਕਿਉਂ ਉਸ ਨੂੰ ਇਸ ਤਰ੍ਹਾਂ ਬਚਣਾ ਪੈ ਰਿਹਾ ਗ੍ਰਿਫਤਾਰੀ ਤੋਂ ਡਰਦਿਆਂ, ਜਾਂ ਚੰਡੀਗੜ੍ਹ ਤੋਂ ਹਿਮਾਚਲ ਤੋਂ ਫਿਰ ਦਿੱਲੀ। ਇਸ ਕੇਸ ਦੀਆਂ ਬਹੁਤ ਨੇੜੇ ਦੀਆਂ ਪਰਤਾਂ ਨੂੰ ਜਾਣਨ ਵਾਲੀ ਸ਼ਖਸੀਅਤ, ਵਕਾਲਤ ਨਾਲ ਵਾਬਸਤਾ, ਰਾਜਨੀਤਿਕ ਮਾਮਲਿਆਂ ਦੇ ਮਾਹਰ, ਸਟੂਡੈਂਟ ਸਿੱਖ ਸਟੂਡੈਂਟ ਫੈਡਰੇਸ਼ਨ ਵਿਦਿਆਰਥੀ ਜਥੇਬੰਦੀਆਂ ਦੇ ਆਗੂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਵਾਬਸਤਾ, ਜਿਨ੍ਹਾਂ ਨੇ ਇਸ ਕੇਸ ਨੂੰ ਤੇ ਇਸ ਸਾਰੇ ਨੂੰ ਆਪਣੇ ਹੱਡੀਂ ਹੰਢਾਇਆ। ਸਰ ਸੁਰਿੰਦਰ ਸਿੰਘ ਜੀ, ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਸੁਰਿੰਦਰ ਸਿੰਘ ਜੀ, ਉਹ ਸਮਾਂ ਚੇਤੇ ਆਉਂਦਾ 1991 'ਚ ਜਦੋਂ ਆਪਾਂ ਯੂਨੀਵਰਸਿਟੀ ਹੁੰਦੇ ਸੀ ਕਿ ਇਹ ਕੇਸ ਦੀਆਂ ਪਰਤਾਂ ਕੀ ਸੀ। ਮੈਨੂੰ ਚੇਤਾ ਹੈ ਕਿ ਉਸ ਦਿਨ ਹੋਸਟਲ ਦੇ ਵਿੱਚ ਜਦੋਂ ਅਸੀਂ ਸ਼ਾਮ ਨੂੰ ਖੇਡ ਕੇ ਵਾਪਸ ਆ ਰਹੇ ਸੀ ਤਾਂ ਤੁਸੀਂ ਕੁਛ ਲੋਕ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ। ਇੱਕ ਬਹੁਤ ਵਧੀਆ ਜਿਪਸੀ ਹੁੰਦੀ ਸੀ ਸਰਹੰਦ ਵਾਲੇ ਸਰਹੱਦੀ ਹੋਰਾਂ ਦੇ ਦੋਸਤ ਦੀ, ਉਸ ਜਿਪਸੀ 'ਤੇ ਆਉਂਦਿਆਂ ਤੁਹਾਨੂੰ ਚੰਡੀਗੜ੍ਹੋਂ ਚੁੱਕ ਲੈ ਗਿਆ। ਮੁੜ ਕੇ ਉਸ ਜਿਪਸੀ ਦਾ ਉਹ ਕਬਾੜਾ ਕਰਕੇ ਵਾਪਸ ਦਿੱਤੀ ਕਿ ਉਹਦੇ ਟਾਇਰ, ਉਹਦਾ ਮਿਊਜ਼ਿਕ ਸਿਸਟਮ ਕੁਛ ਵੀ ਨਹੀਂ ਸੀ ਬਚਿਆ, ਜੋ ਪੁਲਿਸ ਦੇ ਥਾਣੇ ਜਾ ਕੇ ਕਹਿੰਦੇ ਸੁੱਕਾ ਨਹੀਂ ਆਉਂਦਾ। ਉਹ ਉਦੋਂ ਇਹ ਕੇਸ ਸ਼ੁਰੂ ਹੋਇਆ ਸੀ। ਕੀ ਹੈ ਇਸ ਕੇਸ ਦੀ ਸ਼ੁਰੂਆਤ? ਐਕਚੁਅਲੀ ਕੀ ਆ ਕਿ ਟਿਵਾਣਾ ਸਾਹਿਬ ਆਪਣਾ ਅਗਸਤ ਸੀਗਾ, ਮੇਬੀ ਕਿ 27 ਜਾਂ 26 ਅਗਸਤ ਸੀਗਾ, ਜਦੋਂ ਅਟੈਕ ਹੁੰਦਾ ਸਮੇਤ ਸਿੰਘ ਸੈਣੀ ਦੇ ਉੱਤੇ। ਅਟੈਕ ਹੁੰਦਾ ਉਹਦੇ 'ਚ ਸਮੇਤ ਸਿੰਘ ਸੈਣੀ ਵੱਜ ਜਾਂਦਾ, ਲੇਕਿਨ ਉਹਦੇ ਨਾਲ ਵਾਸਤਾ ਕੀ ਤਾਂ ਇਹ ਅੱਜ ਤੱਕ ਕਿਸੇ ਨੂੰ ਕਲੀਅਰ ਨਹੀਂ ਹੈ। ਕਿਉਂਕਿ ਹੁਣ ਤੱਕ ਵੀ ਜਿਨ੍ਹਾਂ ਦੇ ਵੀ ਉਸ ਕੇਸ 'ਚ ਚਲਾਨ ਕੀਤੇ ਗਏ ਉਹ ਸਾਰੇ ਦੇ ਸਾਰੇ ਬਰੀ ਹੋਏ ਨੇ। ਈਵਨ ਕਿ ਉਹਦੇ 'ਚ ਇੱਕ ਲੇਡੀਜ਼ ਆ ਜਿਹੜੀ ਅੱਜ ਕੱਲ੍ਹ ਐਡਵੋਕੇਟ ਆ ਹਾਈ ਕੋਰਟ ਦੇ ਵਿੱਚ, ਉਹ ਵੀ ਉਹਦੇ ਵਿੱਚ ਚਾਰਜਸ਼ੀਟ ਕੀਤੀ ਗਈ ਸੀ, ਲੇਕਿਨ ਉਹ ਬਰੀ ਹੋ ਗਈ। ਦਵਿੰਦਰਪਾਲ ਸਿੰਘ ਭੁੱਲਰ ਵੀ ਉਸ ਕੇਸ 'ਚੋਂ ਬਰੀ ਹੋਏ ਨੇ। ਮਤਲਬ ਇਹ ਆ ਕਿ ਕੇਸ ਚਲੋ ਠੀਕ ਆ, ਉਹਦੇ 'ਤੇ ਅਟੈਕ ਹੋਇਆ, ਲੇਕਿਨ ਉਹਦੇ ਨਾਲ ਇਨਵੋਲਵ ਜਿਹੜਾ ਉਹਨੂੰ ਪਕੜਨਾ ਚਾਹੀਦਾ ਸੀ। ਤੁਸੀਂ ਲੈਣਾ ਲਾ ਦਿੱਤੀਆਂ, ਜਿਹੜੇ ਨੂੰ ਵੀ ਜਿੱਥੋਂ ਚੱਕ ਸਕਦੇ ਸੀ ਉਹਨੂੰ ਚੱਕ ਲਿਆ। ਐਕਚੁਅਲੀ ਕੀ ਜਦੋਂ ਇਹ ਕੇਸ ਹੋ ਗਿਆ, ਸਭ ਤੋਂ ਪਹਿਲਾਂ ਅੱਜ ਕੱਲ੍ਹ ਨਿਊਯਾਰਕ ਦੇ ਵਿੱਚ ਐਡਵੋਕੇਟ ਆ, ਪੰਥਕ ਵਕੀਲ ਜੇ ਕਹਾਂ ਤਾਂ ਉਹ ਬਣ ਕੇ ਬੈਠਾ ਹੈ। ਸਭ ਤੋਂ ਪਹਿਲਾਂ ਉਹਦੀ ਅਰੈਸਟ ਚੰਡੀਗੜ੍ਹ ਤੋਂ ਹੁੰਦੀ, ਕਿਉਂਕਿ ਉਹ ਲਾਅ ਕੰਪਲੀਟ ਕਰਕੇ ਹਾਈ ਕੋਰਟ 'ਚ ਪ੍ਰੈਕਟਿਸ ਕਰਨ ਜਾ ਲੱਗਿਆ ਸੀ। ਜਦੋਂ ਪ੍ਰੈਕਟਿਸ ਕਰਨ ਲੱਗ ਗਿਆ, ਸਭ ਤੋਂ ਪਹਿਲਾਂ ਉਹਦੀ ਅਰੈਸਟ ਹੁੰਦੀ ਆ। ਉਹਨੂੰ ਸਿਰਫ ਇਹੀ ਪੁੱਛਿਆ ਗਿਆ ਕਿ ਤੁਹਾਨੂੰ ਕੌਣ ਜਾਣਦਾ। ਜਾਣਨ ਤੋਂ ਉਹਨਾਂ ਨੇ ਬਗੈਰ ਕਿਸੇ ਗੱਲ ਤੋਂ ਸਾਰੀ ਪੰਜਾਬੀ ਯੂਨੀਵਰਸਿਟੀ ਦੇ ਨਾਮ ਜਿਹੜੇ ਉਹ ਲਿਖਾਤੇ। ਤੇ ਉਸ ਦਿਨ ਆਪਣੀ ਪੰਜਾਬੀ ਯੂਨੀਵਰਸਿਟੀ ਦਾ ਇੱਕ ਸਟੂਡੈਂਟ ਸੀਗਾ ਜਿਹਨੂੰ ਪਕੜ ਕੇ ਲੈ ਗਏ, ਜਿਹੜਾ ਬਾਅਦ 'ਚ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਦੇ ਵਿੱਚ ਜਾ ਕੇ ਪ੍ਰੋਫੈਸਰ ਵੀ ਲੱਗਿਆ। ਉਹਨੂੰ ਪਕੜ ਕੇ ਲੈ ਗਏ। ਉਹਦੀ ਦੌੜ ਭੱਜ ਦੇ ਵਿੱਚ ਸਾਰੀ ਯੂਨੀਵਰਸਿਟੀ ਪੈ ਗਈ ਕਿ ਸਾਡਾ ਸਟੂਡੈਂਟ ਚੱਕ ਕੇ ਲੈ ਗਿਆ। ਇਹ ਕਿਸੇ ਨੂੰ ਨਹੀਂ ਸੀ ਪਤਾ, ਵਿਦਿਆਰਥੀ ਆਗੂ ਸੀ, ਉਹਦੇ ਤੇ ਕੋਈ ਇਦਾਂ ਵਿਵਾਦ ਵੀ ਨਹੀਂ ਸੀ। ਉਹ ਨਹੀਂ ਸੀ ਪਤਾ ਕਿ ਉਹ ਚੰਡੀਗੜ੍ਹ ਪੁਲਿਸ ਲਗਾਈ, ਇਹ ਵੀ ਨਹੀਂ ਸੀ, ਰਾਤ ਤੱਕ ਨਹੀਂ ਸੀ ਪਤਾ ਕਿਸੇ ਨੂੰ ਵੀ ਉਹ ਲੈ ਕੇ ਗਈ ਆ।
ਜਦੋਂ 12 ਕੁ ਵਜੇ ਦਾ ਇਹ ਵਾਕਿਆ ਹੋ ਗਿਆ, ਉਹਦੇ ਤੋਂ ਬਾਅਦ ਭੱਜੇ ਚੰਡੀਗੜ੍ਹ ਪਹੁੰਚੇ, ਜਾ ਕੇ ਅਪਰੋਚ ਲੜਾਉਣੀ ਕੀ ਕਿ ਕੋਈ ਨਾ ਕੋਈ ਸੋਰਸ ਲੜਾਇਆ ਜਾਵੇ ਕਿ ਉਹ ਪਟਿਆਲਾ ਪੁਲਿਸ ਕੋਲ ਆ, ਉਹ ਤੋਂ ਛੁਡਾਇਆ ਜਾਵੇ। ਚਲੋ ਅਸੀਂ ਵਾਪਸ ਆ ਰਹੇ ਸੀ, ਰਾਜਪੁਰੇ ਆਏ ਤੇ ਰਾਜਪੁਰੇ ਦੇ ਡੀਐਸਪੀ ਨੇ ਨਾਕਾ ਲਾਇਆ ਹੋਇਆ ਸੀ, ਅਸੀਂ ਉਹਦੇ ਕੋਲ ਖੜ ਗਏ। ਉਹਨੇ ਜਿਪਸੀ ਚੈੱਕ ਕੀਤੀ, ਉਹਨੇ ਜਾਣ ਲਈ ਅਜੇ ਕਹਿ ਹੀ ਰਿਹਾ, ਉਹਨੇ ਨੂੰ ਪਟਿਆਲੇ ਦਾ ਐਸਐਸਪੀ ਜਿਹੜਾ ਸੀਗਾ ਸਤੀਸ਼ ਕੁਮਾਰ ਸ਼ਰਮਾ, ਉਹ ਪਿੱਛੇ ਤੋਂ ਆ ਰਿਹਾ ਸੀ, ਚੰਡੀਗੜ੍ਹ ਤੋਂ ਆਇਆ। ਉਹਨੇ ਕਿਹਾ ਕਿ ਇਹ ਤਿੰਨੇ ਦੇ ਤਿੰਨੇ ਜਿਹੜੇ ਮੇਰੀ ਗੱਡੀ 'ਚ ਬਿਠਾ ਦਿਓ। ਉਹ ਸਾਨੂੰ 4 ਜਣੇ ਸੀ, ਸੌਰੀ ਅਸੀਂ ਇੱਕ ਜਿਪਸੀ ਚਲਾ ਰਿਹਾ ਸੀ, 3 ਜਣੇ ਅਸੀਂ ਸੀ। ਸਾਨੂੰ ਚੱਕ ਕੇ ਤੇ ਉਹਨੇ ਲਿਆ ਕੇ ਪਟਿਆਲੇ ਬੰਦ ਕਰ ਦਿੱਤਾ। ਕਿਸੇ ਨੂੰ ਨਹੀਂ ਪਤਾ, 8 ਦਿਨ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਿੱਥੇ ਨੇ ਕਿੱਥੇ ਨਹੀਂ ਹੈ। ਜਿਹਨੂੰ ਛਡਾਉਣ ਗਏ ਉਹਦੇ ਬਾਰੇ ਪਤਾ ਨਹੀਂ, ਲੇਕਿਨ ਜਿਹੜੇ ਛਡਾਉਣ ਗਏ ਉਹ ਵੀ ਸਾਰੇ ਦੇ ਸਾਰੇ ਜਿਹੜੇ ਸੀ ਉਹ ਰਾਉਂਡ ਅਪ ਕਰ ਲਏ। ਬਾਅਦ ਦੇ ਵਿੱਚ ਚਲੋ ਜੋ ਵੀ ਹੋਇਆ ਉਹ ਵੱਖਰੀ ਗੱਲ ਆ, ਲੇਕਿਨ ਗੱਲ ਤਾਂ ਇਹ ਆ ਕਿ ਜਿਸ ਬੰਦੇ ਤੋਂ ਗੱਲ ਚੱਲੀ ਉਹ ਪੰਥਕ ਵਕੀਲ ਆ, ਉਹਦੇ ਨਾਲ ਬਲਵੰਤ ਸਿੰਘ ਮਲਤਾਨੀ ਦਾ ਨਾਮ ਆਇਆ। ਬਲਵੰਤ ਸਿੰਘ ਮਲਤਾਨੀ ਨੂੰ ਚੱਕਿਆ ਗਿਆ ਕਿਉਂਕਿ ਸਿਰਫ ਉਹ ਤੋਂ ਨਾਮ ਲੈ ਗਏ। ਜਿਹੜਾ ਸਾਡੀ ਯੂਨੀਵਰਸਿਟੀ ਵਾਲਾ ਸਟੂਡੈਂਟ ਸੀਗਾ ਉਹਨੂੰ ਇੱਕ ਹੋਰ 302 ਦੇ ਕੇਸ ਦੇ ਵਿੱਚ ਜਿਹੜਾ ਸੀਗਾ ਉਹਦੇ 'ਚ ਫਿੱਟ ਕਰ ਦਿੱਤਾ। ਬਾਅਦ ਦੇ ਵਿੱਚ ਉਹਨੂੰ ਉਹਦੇ 'ਚੋਂ ਕਲੀਨ ਚਿੱਟ ਦੇ ਦਿੱਤੀ ਗਈ ਕਿਉਂਕਿ ਜਦੋਂ ਉਹਦੀ ਇਨਵੋਲਵਮੈਂਟ ਕੋਈ ਨਹੀਂ ਸੀਗੀ, ਉਹਨੂੰ ਕਲੀਨ ਚਿੱਟ ਦੇ ਦਿੱਤੀ ਗਈ। ਜਿਹੜਾ ਜਿੱਥੋਂ ਤੱਕ ਤੁਸੀਂ ਜਿਪਸੀ ਦੀ ਗੱਲ ਕੀਤੀ ਆ, ਤੇ ਜਿਪਸੀ ਵਾਕਿਆ ਹੀ ਕੁਛ ਨਹੀਂ ਪਟਿਆਲਾ ਪੁਲਿਸ ਨੇ ਛੱਡਿਆ ਸੀ। ਉਹਦੇ ਟਾਇਰਾਂ ਤੱਕ ਰਿਮ ਤੱਕ ਕੋਈ ਛੱਡਿਆ ਹੀ ਨਹੀਂ ਸੀ ਕਿ ਕਹਿੰਦੇ ਸੀ ਭਾਈ ਗੱਡੇ ਤੇ ਲੱਦ ਕੇ ਲੈ ਲਓ, ਬਾਕੀ ਸਾਰਾ ਕੁਝ ਉਤਾਰ ਲਿਆ ਸੀ। ਇਹ ਉਸ ਵੇਲੇ ਪੁਲਿਸ ਦਾ ਜਿਹੜਾ ਐਟੀਟਿਊਡ ਸੀਗਾ, ਜਿਹੜਾ ਕਿ ਅੱਜ ਵੀ ਤਕਰੀਬਨ ਉਹੀ ਚੱਲਦਾ, ਥੋੜਾ ਬਹੁਤਾ ਫਰਕ ਪਿਆ, ਜ਼ਿਆਦਾ ਨਹੀਂ ਪਿਆ, ਕਿ ਸਾਰਾ ਕੁਝ ਹੀ ਉਤਾਰ ਕੇ ਜਿਹੜਾ ਸੀਗਾ ਉਹ ਰੱਖ ਲਿਆ ਸੀਗਾ। ਹੁਣ ਰਹੀ ਗੱਲ ਚੰਡੀਗੜ੍ਹ ਪੁਲਿਸ ਦੀ, ਸਭ ਤੋਂ ਪਹਿਲਾਂ ਬਲਵੰਤ ਸਿੰਘ ਨੂੰ ਮਲਤਾਨੀ ਨੂੰ ਚੱਕਿਆ ਜਾਂਦਾ। ਉਹਦਾ ਫਾਦਰ ਜਿਹੜਾ ਹੈ ਉਹ ਉਸ ਵੇਲੇ ਕਮਿਸ਼ਨਰ ਲੁਧਿਆਣਾ ਸੀ, IAS ਅਫਸਰ। ਔਰ ਉਹਦਾ ਕਸੂਰ ਸਿਰਫ ਇਹ ਆ ਕਿ ਉਹ ਤੇ ਦਵਿੰਦਰਪਾਲ ਸਿੰਘ ਭੁੱਲਰ ਦੋਨੋਂ ਸਟੂਡੈਂਟ ਟਾਈਮ ਦੇ ਦੋਸਤ ਨੇ, ਠੀਕ ਹੈ, ਵਧੀਆ ਦੋਸਤ ਸੀ। ਦਵਿੰਦਰਪਾਲ ਸਿੰਘ ਭੁੱਲਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਦੇ ਵਿੱਚ ਪੜ੍ਹਾਉਂਦਾ ਸੀ, ਉੱਥੋਂ ਹੀ ਪੜ੍ਹੇ ਸੀ ਦੋਨੋਂ, ਉਹ ਉੱਥੇ ਪੜ੍ਹਾਉਂਦੇ ਸੀ। ਇਹ ਜਾ ਕੇ ਚੰਡੀਗੜ੍ਹ ਇੰਜੀਨੀਅਰ ਲੱਗ ਗਿਆ, ਇੰਨਾ ਹੀ ਸੀਗਾ। ਉਹਨੂੰ ਚੱਕਿਆ, ਉਹਨੂੰ ਚੱਕ ਕੇ ਉਹਦੇ ਤੇ FIR ਲੌਜ ਕੀਤੀ, ਉਹਦੇ 'ਚ ਬਕਾਇਦਾ ਉਹਨੂੰ ਇਨਵੋਲਵ ਕੀਤਾ ਕਿ ਸਮੇਰ ਸਿੰਘ ਸੈਣੀ ਦੇ ਕੇਸ ਦੇ ਵਿੱਚ ਇਨਵੋਲਵ ਆ। ਇਨਵੋਲਵਮੈਂਟ ਸ਼ੋਅ ਕਰਕੇ ਬਕਾਇਦਾ ਗ੍ਰਿਫਤਾਰੀ ਪਾਈ। ਗ੍ਰਿਫਤਾਰੀ ਤੋਂ ਬਾਅਦ ਉਹਨੂੰ ਕਾਦੀਆਂ ਲਿਜਾ ਕੇ PO ਡਿਕਲੇਅਰ ਕਰ ਦਿੱਤਾ ਕਿ ਭਾਈ ਉਹ ਹਿਰਾਸਤ 'ਚੋਂ ਭੱਜ ਗਿਆ। ਬੇਸਿਕਲੀ ਕੀ ਸੀ ਕਿ ਇੰਟੈਰੋਗੇਸ਼ਨ ਦੇ ਦੌਰਾਨ ਹੀ ਉਹਦੀ ਡੈਥ ਹੋ ਗਈ ਸੀ ਤੇ ਬਾਅਦ ਦੇ ਵਿੱਚ ਇਹਨਾਂ ਨੇ ਇਹ ਸ਼ੋਅ ਕਰ ਦਿੱਤਾ। ਉਹਦੇ ਬਾਅਦ ਦਵਿੰਦਰਪਾਲ ਸਿੰਘ ਭੁੱਲਰ ਦੇ ਫਾਦਰ ਤੇ ਇੱਕ ਉਹਦੇ ਮਾਸੜ, ਉਹ ਦੋਨਾਂ ਨੂੰ ਵੀ ਇਸੇ ਕੇਸ ਦੇ ਵਿੱਚ ਖਤਮ ਕੀਤਾ ਗਿਆ। ਇਹ ਸਾਰਾ ਕੁਝ ਐਸਾ ਮਤਲਬ ਤਾਣਾ ਬਾਣਾ ਬੁੱਲ ਜਿਆ ਗਿਆ। ਔਰ ਦਵਿੰਦਰਪਾਲ ਸਿੰਘ ਭੁੱਲਰ ਨੇ ਜੋ ਦੇਖਿਆ ਕਿ ਮੇਰੇ ਘਰ ਦੇ ਵੀ ਚੱਕ ਲੈ, ਸਭ ਕੁਝ ਮੇਰਾ ਦੋਸਤ ਵੀ ਫੜ ਲਿਆ, ਤੇ ਦਵਿੰਦਰਪਾਲ ਸਿੰਘ ਭੁੱਲਰ ਸਾਈਡ ਤੇ ਹੋ ਗਏ। ਵਿਚਾਰੇ ਸਾਈਡ ਤੇ ਹੋਏ। ਅਜੇ ਤੱਕ ਉਹ ਵਿਚਾਰੇ ਜੇਲ੍ਹ ਦੀਆਂ ਕਾਲ ਕੋਠਰੀਆਂ 'ਚ ਉਹ ਇਸ ਕੇਸ ਦੀ ਬਦੌਲਤ ਅਜੇ ਤੱਕ ਰੋਲ ਰਹੇ ਆ। ਅਜੇ ਤੱਕ ਉਹਨਾਂ ਦੀ ਪਰੋਲ ਤਾਂ ਮਿਲ ਜਾਂਦੀ ਆ, ਮਤਲਬ ਕਦੀ ਡੈਥ ਪੈਨਲਟੀ, ਕਦੀ ਲਾਈਫ, ਤੇ ਉਹਦੇ ਬਾਅਦ ਉਹ ਵਿਚਾਰੇ ਦਾ ਅਜੇ ਤੱਕ ਛੁਟਕਾਰਾ ਨਹੀਂ ਹੋਇਆ। ਸਿਰਫ ਇਸ ਇੱਕ ਗਲਤ ਬੰਦੇ ਦੀ ਬਦੌਲਤ ਉਹ ਬੰਦਾ ਅੱਜ ਤੱਕ ਰੋਲ ਰਿਹਾ। ਹੁਣ ਕੀ ਹੋਇਆ ਕਿ ਸਾਰੇ ਦੇ ਵਿੱਚ ਜਦੋਂ ਬਲਵੰਤ ਸਿੰਘ ਮਲਤਾਨੀ ਨੂੰ ਗਾਇਬ ਕਰ ਦਿੱਤਾ, ਉਹਦੇ ਬਾਅਦ ਕੀ ਹੋਇਆ ਕਿ ਇਹ ਕੇਸ ਜਿਹੜਾ ਸੀਗਾ ਜਿਹਦੇ ਵਿੱਚ ਬਹੁਤੇ ਬੰਦੇ ਜਿਹੜੇ PO ਡਿਕਲੇਅਰ ਕਰ ਦਿੱਤੇ, ਮਤਲਬ ਜਿਹੜੇ ਉਹਨਾਂ ਨੇ ਸੱਜੇ ਖੱਬੇ ਕਰ ਦਿੱਤੇ, ਉਹਨਾਂ ਸਾਰਿਆਂ ਨੂੰ PO ਡਿਕਲੇਅਰ ਕਰ ਦਿੱਤਾ ਉਸ ਕੇਸ 'ਚੋਂ। ਜਦੋਂ ਕੇਸ ਟ੍ਰਾਇਲ ਹੋਇਆ ਸਮੇਰ ਸਿੰਘ ਸੈਣੀ ਤੇ ਅਟੈਕ ਵਾਲਾ, ਉਹਦੇ ਵਿੱਚ ਜਿਹੜੇ ਅਕਿਊਜ਼ਡ ਸੀ ਉਹ ਤਾਂ ਬਰੀ ਹੋ ਗਏ ਸਾਰੇ ਦੇ ਸਾਰੇ, ਲੇਕਿਨ ਜਿਹੜੇ PO ਡਿਕਲੇਅਰ ਕੀਤੇ ਗਏ ਸੀ ਉਹਦੇ ਬਾਰੇ ਕਿਸੇ ਨੇ ਸੋਚਿਆ ਨਹੀਂ। ਜਦੋਂ ਅਪੀਲ ਦੇ ਲਈ ਉਹ ਚਲਾ ਗਿਆ ਹਾਈ ਕੋਰਟ ਦੇ ਵਿੱਚ ਗਿਆ, ਉੱਥੇ ਜਾ ਕੇ ਕੁੰਡੀ ਫਸ ਗਈ। ਉੱਥੇ ਜਾ ਕੇ ਹਾਈ ਕੋਰਟ ਨੇ ਉਸ ਵੇਲੇ ਮਹਿਤਾਬ ਸਿੰਘ ਗਿੱਲ ਦੇ ਬੈਂਚ ਦੇ ਸਾਹਮਣੇ ਉਹ ਲੱਗਿਆ ਕੇਸ, ਉਹਨਾਂ ਨੇ ਉਹਨੂੰ ਪਕੜ ਲਿਆ ਕੇਸ ਨੂੰ। ਕਹਿੰਦੇ ਵੀ ਇਹ ਜਿਹੜੇ PO ਡਿਕਲੇਅਰ ਕੀਤੇ ਨੇ 2007 ਆ ਗਿਆ ਤੇ 1991 ਦੇ ਤੁਸੀਂ PO ਡਿਕਲੇਅਰ ਕੀਤੇ ਨੇ, ਇਹ 16 ਸਾਲ ਦੇ ਕਿੱਥੇ ਨੇ, ਇਹਨਾਂ ਦਾ ਹਿਸਾਬ ਕਿਤਾਬ ਦੇ ਦਿਓ। ਤੇ ਪੰਜਾਬ ਪੁਲਿਸ ਨੂੰ ਝਾੜ ਪਈ, ਪੁਲਿਸ ਨੂੰ ਕੁਝ ਨਾ ਦਿਖਿਆ। ਉਹਦੇ ਦਰਮਿਆਨ ਹੀ ਬਲਵੰਤ ਸਿੰਘ ਮਲਤਾਨੀ ਜਿਹੜੇ ਸੀਗੇ, ਇਹਨਾਂ ਦੇ ਫਾਦਰ ਜਿਹੜੇ ਸੀਗੇ, ਉਹ ਕੋਰਟ 'ਚ ਅਪੀਅਰ ਹੋ ਗਏ। ਉਧਰੋਂ ਦਵਿੰਦਰਪਾਲ ਸਿੰਘ ਭੁੱਲਰ ਉਸ ਵੇਲੇ ਤਿਹਾੜ ਜੇਲ੍ਹ ਦਿੱਲੀ ਸੀ, ਉਹਨਾਂ ਵੱਲੋਂ ਐਫੀਡੈਵਿਟ ਆ ਗਿਆ ਤੇ ਉਹ ਕੇਸ ਜਿਹੜਾ ਸੀਗਾ ਉਹ CBI ਨੂੰ ਮਾਰਕ ਹੋ ਗਿਆ। ਜਦੋਂ CBI ਨੂੰ ਮਾਰਕ ਹੋ ਗਿਆ, ਜਦੋਂ CBI ਜਿਹੜੀ ਸੀਗੀ ਉਹਦੇ ਕੋਲ ਇਨਵੈਸਟੀਗੇਸ਼ਨ ਗਈ ਤੇ ਇਨਵੈਸਟੀਗੇਸ਼ਨ 'ਚ ਤਕਰੀਬਨ 72 ਜਾਂ 73 ਜਿਹੜੇ ਐਵੀਡੈਂਸ ਸੀਗੇ ਉਹ ਸਟਰੋਂਗ ਸੀ ਕਿ ਜਿੱਥੋਂ ਇਹ ਕਲੀਅਰ ਹੁੰਦਾ ਸੀ ਕਿ ਇਹ ਜਿਹੜੇ ਬੰਦੇ ਨੇ ਇਹ ਸਾਰੇ ਦੇ ਸਾਰੇ ਇਹਨੇ ਗਾਇਬ ਕੀਤੇ ਨੇ ਸਮੇਰ ਸਿੰਘ ਸੈਣੀ ਦਾ, ਤੇ ਕੁਝ ਬਟਾਲੇ ਨਾਲ ਕਾਦੀਆਂ ਥਾਣੇ ਨਾਲ ਸੰਬੰਧਿਤ ਪੁਲਿਸ ਅਫਸਰ ਸੀ ਤੇ ਬਾਕੀ ਚੰਡੀਗੜ੍ਹ ਨਾਲ ਸੀਗੇ। ਉਹਨਾਂ ਦਾ ਨਾਮ ਜਿਹੜਾ ਸੀ ਉਹ ਸਿੱਧਾ ਜੁੜਦਾ ਸੀਗਾ। ਉਸ ਵੇਲੇ ਕੀ ਹੋਇਆ ਕਿ ਉਸ ਵੇਲੇ 2007-8 ਦਾ ਜਿਹੜਾ ਸਮਾਂ ਸੀ, ਉਸ ਵੇਲੇ ਪੰਥਕ ਸਰਕਾਰ ਪੰਜਾਬ 'ਚ ਆ ਗਈ ਸੀ। ਜਿਹੜੀ ਸਰਕਾਰ ਨੇ 1997 'ਚ ਪਾਵਰ 'ਚ ਆਉਣ ਤੋਂ ਪਹਿਲਾਂ ਇੱਕ ਨਾਅਰਾ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਜਿੰਨਾ ਵੀ ਧੱਕਾ ਹੋਇਆ
ਉਹ ਸਾਰੇ ਦੇ ਸਾਰੇ ਲਈ ਇੱਕ ਕਮਿਸ਼ਨ ਬਣੇਗਾ ਤੇ ਜਿਹੜੇ ਦੋਸ਼ੀ ਪੁਲਿਸ ਅਫਸਰ ਆ ਸਾਰਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਜੇ ਕੋਈ ਹੋਰ ਰਾਜਨੇਤਾ ਵੀ ਜਿਹੜਾ ਉਹ ਵੀ ਇਹਦੇ 'ਚ ਦੋਸ਼ੀ ਹੋਇਆ ਤਾਂ ਉਹਨਾਂ ਨੂੰ ਵੀ ਸਜ਼ਾਵਾਂ ਦਿੱਤੀਆਂ ਜਾਣਗੀਆਂ। ਪਰ ਬਦਕਿਸਮਤੀ 97 ਤੋਂ 2002 ਲੰਘ ਗਿਆ ਤੇ 2000 ਤੋਂ 2 ਤੋਂ 7 ਕਾਂਗਰਸ ਦਾ ਲੰਘ ਗਿਆ ਤੇ 7 ਦੇ ਵਿੱਚ ਆ ਕੇ ਉਹੀ ਸਰਕਾਰ ਇਸ ਪੂਰੇ ਦੇ ਪੂਰੇ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਚਲ ਗਈ ਪੰਜਾਬ ਸਰਕਾਰ। ਉਸ ਵੇਲੇ ਸਮੇਤ ਸਿੰਘ ਸੈਣੀ ਜਿਹੜਾ ਇਹਦੇ ਕੋਲ ਵਿਜੀਲੈਂਸ ਡਿਪਾਰਟਮੈਂਟ ਸੀਗਾ, ਵਿਜੀਲੈਂਸ ਦਾ ਇਹ ADGP ਸੀਗਾ ਤੇ ਇਹਨੂੰ ਹਾਈ ਕੋਰਟ ਲੈ ਗਏ, ਸੁਪਰੀਮ ਕੋਰਟ ਲੈ ਗਏ। ਸੁਪਰੀਮ ਕੋਰਟ ਜਾ ਕੇ ਉੱਥੇ ਦਲੀਲ ਕੀ ਦਿੱਤੀ ਆ ਕਿ ਜਿਸ ਵੇਲੇ ਰਵੀ ਸਿੱਧੂ ਦਾ ਕੇਸ ਹੋਇਆ, ਰਵੀ ਸਿੱਧੂ ਵਾਲੇ ਕੇਸ ਦੀ ਇਨਵੈਸਟੀਗੇਸ਼ਨ ਜਿਹੜੀ ਸੀਗੀ ਉਹ ਸਮੇਤ ਸਿੰਘ ਸੈਣੀ ਕੋਲੇ ਸੀ ਤੇ ਸਮੇਤ ਸਿੰਘ ਸੈਣੀ ਉਹਦੀ ਇਨਵੈਸਟੀਗੇਸ਼ਨ ਕਰਦਾ। ਸਮੇਤ ਸਿੰਘ ਸੈਣੀ ਨੇ ਕਿਹਾ ਕਿ ਉਹਦਾ ਇੱਕ ਲਿੰਕ ਜਿਹੜਾ ਸੀਗਾ ਉਹ ਜਸਟਿਸ ਮਹਤਾਬ ਸਿੰਘ ਗਿੱਲ ਨਾਲ ਜੁੜਿਆ ਸੀ, ਮੈਂ ਉਹਦੀ ਇਨਵੈਸਟੀਗੇਸ਼ਨ ਕੀਤੀ ਸੀ, ਇਸ ਕਰਕੇ ਮੇਰੇ ਵਿਰੁੱਧ ਜਾਣ ਬੁੱਝ ਕੇ ਇਹ ਕੇਸ ਜਿਹੜਾ ਇਹਦੀ ਜਿਹੜੀ ਇਨਕੁਆਰੀ ਆ ਉਹ CBI ਨੂੰ ਦਿੱਤੀ ਗਈ ਆ, ਮੇਰਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਟੈਕਨੀਕਲ ਗਰਾਊਂਡ ਦੇ ਉੱਪਰ ਇਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਸੀ FIR ਜਿਹੜੀ ਸੀ ਉਹ ਕੁਐਸ਼ ਕਰਵਾ ਦਿੱਤੀ ਗਈ ਤੇ CBI ਦੀ ਇਨਕੁਆਰੀ ਜਿਹੜੀ ਉਹ ਖਤਮ ਹੋ ਗਈ ਜਦੋਂ FIR ਹੀ ਕੁਐਸ਼ ਹੋ ਗਈ। ਲੇਕਿਨ ਉੱਥੇ ਜਿਹੜੀ ਸੁਪਰੀਮ ਕੋਰਟ ਸੀ ਉਹ ਇਹ ਕਹਿ ਗਈ ਕਿ ਜੇਕਰ ਤੁਹਾਡੇ ਕੋਲ ਤੁਸੀਂ ਕੰਪਲੇਂਟ ਕਰਨੀ ਆ ਤੇ ਤੁਹਾਡੇ ਕੋਲ ਸਫੀਸ਼ੀਐਂਟ ਜਿਹੜਾ ਐਵੀਡੈਂਸ ਹੈਗਾ ਉਹਦੇ ਮੁਤਾਬਕ ਤੁਸੀਂ ਦੁਬਾਰਾ ਤੋਂ ਪਰਸਿਊ ਜਿਹੜਾ ਉਹ ਕਰ ਸਕਦੇ ਹੋ। ਲੇਕਿਨ ਲੰਬਾ ਸਮਾਂ ਲੰਘ ਗਿਆ ਕਿਉਂਕਿ 17 ਤੱਕ ਤਾਂ ਉਹੀ ਸਰਕਾਰ ਰਹੀ ਜਿਹਦੇ 'ਚ 12 ਤੋਂ ਲੈ ਕੇ 15 ਅਕਤੂਬਰ ਤੱਕ ਜਿਹੜਾ ਸੀਗਾ ਉਹ ਸਮੇਤ ਸਿੰਘ ਸੈਣੀ ਜਿਹੜਾ ਸੀਗਾ ਉਹ DGP ਰਿਹਾ ਤੇ ਉਹਦੇ DGP ਹੁੰਦਿਆਂ ਕੌਣ ਹਿੰਮਤ ਕਰ ਸਕਦਾ ਸੀ ਕਿ ਉਹ ਦੁਬਾਰਾ ਕੋਰਟ 'ਚ ਜਾਵੇ ਜਾਂ ਉਹ ਦੁਬਾਰਾ ਕਿਸੇ ਪੁਲਿਸ ਸਟੇਸ਼ਨ ਜਾਵੇ। ਲੇਕਿਨ ਹੁਣ ਆ ਕੇ ਉਹਨਾਂ ਨੇ ਇਹਦੇ ਅੰਗੇਸਟ ਕੰਪਲੇਂਟ ਜਿਹੜੀ ਆ ਹੁਣ ਉਹਦੇ ਬ੍ਰਦਰ ਨੇ ਦਿੱਤੀ ਆ ਕਿਉਂਕਿ ਫਾਦਰ ਉਹਦੇ ਵੀ ਇਸ ਦੁਨੀਆ 'ਚ ਨਹੀਂ ਰਹੇ। ਜਿਸ ਤਰ੍ਹਾਂ ਦਵਿੰਦਰਪਾਲ ਸਿੰਘ ਭੁੱਲਰ ਦਾ ਪੂਰਾ ਪਰਿਵਾਰ ਜਿਹੜਾ ਉਹ ਖਤਮ ਹੋ ਗਿਆ, ਮਦਰ ਉਹਦੇ ਜਿਹੜੇ ਨੇ ਉਹ ਪਹਿਲਾਂ ਕੰਪਲੇਂਟ 'ਚ ਜ਼ਰੂਰ ਸੀਗੇ ਲੇਕਿਨ ਅੱਜ ਕੱਲ੍ਹ ਉਹ ਫੌਰਨ ਬੈਠੇ ਨੇ, ਉਹ ਇੱਥੇ ਨਹੀਂ, ਉਹਦੀ ਮਿਸਿਜ ਆ ਵਿਚਾਰੀ ਤੇ ਆਪ ਆ ਦੋਨੋਂ ਜੀ ਆ। ਉਹ ਹਾਂ ਮਤਲਬ ਉਹ ਲੜਾਈ ਵਿਚਾਰੇ ਆਪਣੀ ਛੁਟਕਾਰੇ ਦੀ ਲੜ ਰਹੇ ਆ, ਉਹ ਵਿਚਾਰੇ ਕਿੱਥੋਂ ਲੜ ਸਕਦੇ ਸੀ, ਇਕੱਲੇ ਕਾਰੇ ਬੰਦੇ ਨੂੰ ਲੜਨਾ। ਟਵਾਣਾ ਸਾਹਿਬ ਇੱਥੇ ਆਪਾਂ ਨੂੰ ਪਤਾ ਕਿ ਇਸ ਸਮਾਜ ਦੇ ਵਿੱਚ ਘੱਟੋ ਘੱਟ ਇਸ ਸਿਸਟਮ ਦੇ ਅੰਦਰ ਪੁਲਿਸ ਦੇ ਨਾਲ ਤੇ ਉਹਦੇ ਬਾਅਦ ਜੁਡੀਸ਼ਰੀ ਦੇ ਵਿੱਚ ਲੜਨਾ ਜਿਹੜਾ ਉਹ ਬਹੁਤ ਔਖਾ। ਇਹ ਜਿਹੜਾ ਸਾਰਾ ਕੁਝ ਵਾਪਰਿਆ ਇਹ ਸਾਰੇ ਦੇ ਵਿੱਚ ਹੁਣ ਹਾਲਾਤ ਕੀ ਬਣੇ ਕਿ FIR ਲੌਜ ਕੀਤੀ, ਪਰ ਹੁਣ ਤੁਸੀਂ ਨਿਕੰਮਾਪਨ ਦੇਖੋ FIR ਲੌਜ ਹੋਣ ਤੋਂ ਬਾਅਦ ਨਾਲ ਦੀ ਨਾਲ DGP ਜਿਹੜਾ ਕਿ ਇਸ ਵੇਲੇ ਅਹੁਦੇ ਤੇ ਨਹੀਂ ਹੈ ਉਹਨੂੰ ਇਨਫੋਰਮੇਸ਼ਨ ਚਲੀ ਜਾਂਦੀ ਆ ਔਰ ਉਹ ਸਟੇਟ ਤੋਂ ਬਾਹਰ ਹੋ ਜਾਂਦਾ, ਤੜਕੇ 4 ਵਜੇ ਖਿਸਕ ਜਾਂਦਾ। ਜੇ ਉਹ 4 ਵਜੇ ਹਿਮਾਚਲ ਐਂਟਰ ਹੋਣ ਦੀ ਕੋਸ਼ਿਸ਼ ਕਰਦਾ ਇਹਦਾ ਮਤਲਬ 3 ਵਜੇ ਘਰੋਂ ਨਿਕਲਿਆ ਹੋਏਗਾ। ਜੈਡ ਸਿਕਿਉਰਿਟੀ ਆ ਉਹਦੇ ਕੋਲ। ਇੱਥੇ ਥੋੜਾ ਜਿਹਾ ਰੋਕਾਂਗਾ ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ ਮਤਲਬ ਚੰਡੀਗੜ੍ਹ ਦੇ ਵਿੱਚ ਇੰਨਾ ਤਾਮਝਾਮ ਹੈ ਉਹ ਪਾਵਰ 'ਚ ਨਾ ਹੋ ਕੇ ਵੀ ਪਾਵਰਫੁਲ ਹੈ। ਸਮੇਤ ਸਿੰਘ ਸੈਣੀ ਏਜੰਸੀਆਂ ਪਿੱਛੇ ਨੇ, ਸਟੇਟ ਪਿੱਛੇ ਹੈ, ਸੈਂਟਰ ਪਿੱਛੇ ਹੈ। ਇਸ ਦੌਰਾਨ ਕੀ ਮਹਿਸੂਸ ਕਰਦੇ ਹੋ ਕਿ ਜਿਹੜਾ 4 ਵਜੇ ਸਮੇਤ ਸਿੰਘ ਸੈਣੀ ਦਾ ਘਰੋਂ ਨਿਕਲਣਾ ਕੀ ਲੱਗਦਾ ਗ੍ਰਿਫਤਾਰੀ ਦਾ ਪੂਰਾ ਡਰ ਬਣਿਆ ਕੈਪਟਨ ਸਰਕਾਰ ਦਾ? ਨਹੀਂ, ਉਹ ਡਰ ਬਣਿਆ ਕਿ ਡਰ ਦਿਖਾਇਆ ਜਾ ਰਿਹਾ। ਜੇ ਡਰ ਹੁੰਦਾ ਤਾਂ ਫਿਰ ਇਹ ਕੁਝ ਨਾ ਹੁੰਦਾ। ਇਹਦੀ ਮੈਂ 2-3 ਉਦਾਹਰਨਾਂ ਤੁਹਾਨੂੰ ਦੇ ਦਿੰਦਾ। ਪਹਿਲੀ ਗੱਲ ਤਾਂ ਇਹ ਆ ਕਿ ਜਦੋਂ FIR ਲੌਜ ਹੋ ਗਈ, ਜਿਹੜਾ ਰੋਜ਼ਨਾਮਚਾ ਉਹਦੇ 'ਚ FIR ਦਰਜ ਹੁੰਦੀ ਆ, ਬਕਾਇਦਾ ਦਰਜ ਹੋਈ ਆ, ਤਾਂ ਉੱਥੇ ਰੋਜ਼ਨਾਮਚਾ ਕਿਹਦੇ ਕੋਲ ਹੁੰਦਾ? ਜਿਹੜਾ ਥਾਣੇ ਦਾ ਮੁਨਸ਼ੀ ਆ ਉਹਦੇ ਕੋਲ ਹੁੰਦਾ ਤੇ ਜਾਂ ਜਿਹੜਾ ਇਨਵੈਸਟੀਗੇਸ਼ਨ ਅਫਸਰ ਆ ਉਹਦੇ ਕੋਲ ਆ। ਉਹਨਾਂ ਦੋਨਾਂ ਨੂੰ ਪਤਾ, ਤੀਸਰੇ ਨੂੰ ਤਾਂ ਪਤਾ ਹੀ ਨਹੀਂ ਲੱਗ ਸਕਦਾ ਕਿ FIR ਲੌਜ ਹੋਈ ਆ। ਜਦੋਂ FIR ਦਰਜ ਹੋ ਗਈ ਨਾਲ ਦੀ ਨਾਲ ਅਰੈਸਟ ਹੋਣੀ ਬਣਦੀ ਸੀ ਲੇਕਿਨ ਅਰੈਸਟ ਨਹੀਂ ਕੀਤਾ ਗਿਆ, ਇਨਫੋਰਮੇਸ਼ਨ ਚਲੀ ਗਈ। ਇਹਦਾ ਮਤਲਬ ਉਹਨਾਂ ਦੇ ਅਜੇ ਵੀ ਜਿਹੜੇ ਖੈਰ ਖਵਾਰ ਨੇ ਉਹ ਇੱਥੇ ਬੈਠੇ ਨੇ ਔਰ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਤਾਂ DGP ਪਹਿਲਾਂ ਹਿਮਾਚਲ ਨੂੰ ਗਿਆ। ਮੈਂ ਕਹਿੰਦਾ ਹਿਮਾਚਲ ਵਾਲੇ ਚੰਗੇ ਨਿਕਲੇ ਜਿਨ੍ਹਾਂ ਨੇ ਉੱਥੇ ਐਂਟਰ ਨਹੀਂ ਹੋਣ ਦਿੱਤਾ ਤੇ ਉੱਥੋਂ ਸਿੱਧੇ ਦਾ ਸਿੱਧਾ ਦਿੱਲੀ ਨਿਕਲ ਗਿਆ। ਮਤਲਬ ਇਹ ਮੈਨੂੰ ਲੱਗਦਾ ਕਿ ਇਹ ਅਰੈਸਟ ਕਰਨ ਦੀ ਨੀਤੀ ਨਹੀਂ, ਜਿਸ ਤਰ੍ਹਾਂ ਲੁਧਿਆਣੇ ਵਾਲੇ ਕੇਸ ਦੇ ਵਿੱਚ ਸਿਟੀ ਸੈਂਟਰ ਘੁਟਾਲੇ ਜਿਵੇਂ ਸਮੇਤ ਸਿੰਘ ਸੈਣੀ ਨੇ ਕੈਪਟਨ ਅਮਰਿੰਦਰ ਨੂੰ ਵਕਤ ਪਾਇਆ ਕਿ ਇਹ ਰਾਜਨੀਤਿਕ ਮਾਮਲਾ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਰਾਜਨੀਤਿਕ ਮਾਮਲਾ ਨਹੀਂ ਹੈ, ਕੀ ਲੱਗਦਾ? ਟਵਾਣਾ ਸਾਹਿਬ ਰਾਜਨੀਤਿਕ ਕੋਈ ਕਹੇ ਨਾ ਕਹੇ ਪਰ ਮੈਂ ਕਹਿੰਦਾ ਇਹ ਰਾਜਨੀਤਿਕ ਆ। ਵਿਚਾਰੇ ਬਲਵੰਤ ਸਿੰਘ ਮੁਲਤਾਨੀ ਦਾ ਇਨਸਾਫ ਕਿਸੇ ਨੇ ਨਹੀਂ ਲੈਣਾ। ਕੇਵਲ ਤੇ ਕੇਵਲ ਕਾਰਨ ਕੀ ਆ ਕਿ ਦੇਖੋ ਜਦੋਂ 2007 'ਚ ਸਰਕਾਰ ਆਉਂਦੀ ਆ ਉਸ ਵੇਲੇ ਇਹ ਕੇਸ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਤੇ ਉਹਦੀ ਪੂਰਾ ਤਾਮਝਾਮ ਜਿਹੜਾ ਸੀ ਉਹਨਾਂ ਦੇ ਅਗੇਂਸਟ ਉੱਥੇ ਦਰਜ ਹੋ ਜਾਂਦਾ। ਔਰ ਦੇਖੋ ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ ਆ, ਉਹ ਸਰਕਾਰ ਦੇ ਦਰਮਿਆਨ ਹੀ ਪਹਿਲਾਂ ਚਾਰਜਸ਼ੀਟ ਉੱਥੇ ਪਹਿਲਾਂ ਚਾਰਜਸ਼ੀਟ ਪੇਸ਼ ਕੀਤੀ ਜਾਂਦੀ ਆ, ਬਾਅਦ ਦੇ ਵਿੱਚ ਅਨਟਰੇਸ ਚਲਾਨ ਪੇਸ਼ ਕੀਤਾ ਜਾਂਦਾ
ਕਹਿੰਦੇ ਜੀ ਸਾਨੂੰ ਹਾਈ ਕੋਰਟ ਦੀ ਡਾਇਰੈਕਸ਼ਨ ਸੀ ਕਿ ਇਹਦੀ ਰੀ-ਇਨਵੈਸਟੀਗੇਸ਼ਨ ਕਰੋ, ਰੀ-ਇਨਵੈਸਟੀਗੇਸ਼ਨ ਕੀਤੀ, ਉਹਦੇ 'ਚ ਸਾਨੂੰ ਕੁਝ ਮਿਲਿਆ ਨਹੀਂ। ਔਰ ਸਮੇਤ ਸਿੰਘ ਸੈਣੀ ਉਹ 'ਚ ਪਾਰਟੀ ਬਣ ਗਿਆ, ਲੇਕਿਨ ਵਿਦਆਊਟ ਪ੍ਰੂਫ ਬਣ ਗਿਆ, ਉਹਦੇ 'ਚ ਉਹ ਪਾਰਟੀ ਬਣ ਨਹੀਂ ਸਕਿਆ। ਤੇ ਉੱਥੋਂ ਜਿਹੜਾ ਸੀਗਾ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਨਾਲ ਜਿੰਨੇ ਵੀ ਉੱਥੇ ਅਕਿਊਜ਼ਡ ਸੀ ਉਹ ਸਾਰੇ ਦੇ ਸਾਰੇ ਬਰੀ ਹੋ ਗਏ। ਹੁਣ ਉਹ ਕੈਪਟਨ ਅਮਰਿੰਦਰ ਸਿੰਘ ਜੋ ਮੈਨੂੰ ਇਸ ਕੇਸ 'ਚ ਲੱਗ ਰਿਹਾ ਕੇਵਲ ਤੇ ਕੇਵਲ ਸਮੇਤ ਸੈਣੀ ਨੂੰ ਚੁੱਪ ਕਰਕੇ ਬਿਠਾਉਣਾ ਚਾਹੁੰਦੇ ਕਿ ਆਰਾਮ ਨਾਲ ਬੈਠ ਜਾਓ, ਜੇ ਆਰਾਮ ਨਾਲ ਨਹੀਂ ਬੈਠੋਗੇ ਤਾਂ ਫਿਰ ਭਾਈ ਅਸੀਂ ਵੀ ਕੇਸ ਖੋਲ ਸਕਦੇ ਹਾਂ। ਸਿਰਫ ਆਹ ਵਾ ਜੇ ਕਹਿ ਦੋ ਬਲਵੰਤ ਸਿੰਘ ਮੁਲਤਾਨੀ ਨੂੰ ਇਹਦੇ 'ਚ ਕੋਈ ਰਿਲੀਫ ਦੇਣ ਦੀ ਆ ਜਾਂ ਉਹਦਾ ਇਨਸਾਫ ਲੈਣ ਦੀ, ਉਹ ਨਹੀਂ। ਜੇ ਇਨਸਾਫ ਦੇਣਾ ਹੁੰਦਾ ਤਾਂ ਫਿਰ ਉਹਦੀ ਉਦਾਹਰਨ ਦੇ ਦੇਣਾ ਕੀ ਸੀ। ਜਦੋਂ ਸਮੇਤ ਸਿੰਘ ਸੈਣੀ 2007 ਦੇ ਵਿੱਚ ਪੰਜਾਬ ਦਾ ਵਿਜੀਲੈਂਸ ਦਾ ਐਡੀਸ਼ਨਲ DGP ਲਾਇਆ ਜਾਂਦਾ, ਇੰਚਾਰਜ ਸੀ ਪੰਜਾਬ ਵਿਜੀਲੈਂਸ ਦਾ, ਉਸ ਵੇਲੇ 2007 ਤੱਕ ਜਿਹੜਾ ਪੰਜਾਬ ਦਾ DGP ਰਹਿ ਕੇ ਗਿਆ ਸੀ ਸਰਬਦੀਪ ਸਿੰਘ ਵਿਰਕ, ਜਿਹੜਾ ਕਿ ਅਕਾਲੀ ਦਲ ਦੇ ਲਗਾਤਾਰ ਵਿਰੁੱਧ ਭੁਗਤਿਆ ਸੀ, ਜਿਹਨੇ ਪੰਜਾਬ 'ਚ ਕੈਟਾਂ ਦੀ ਇੱਕ ਬੜੀ ਵੱਡੀ ਫੌਜ ਖੜੀ ਕੀਤੀ ਹੋਈ ਸੀ। ਆਪਾਂ ਉਹ ਸਾਰੇ ਦੇਖੇ ਆ, ਉਹ ਕੈਟਾਂ ਦੇ ਬਿਹਾਫ ਤੇ ਉੱਤੇ ਸਰਕਾਰ ਕੀ ਕੁਝ ਕਰਦੀ ਰਹੀ ਆ, ਠੀਕ ਹੈ। ਔਰ ਉਹ ਜਦੋਂ ਸਰਬਦੀਪ ਸਿੰਘ ਵਿਰਕ ਜਿਹੜਾ ਸੀ, ਕਿਉਂਕਿ ਪੰਜਾਬ ਕੇਡਰ ਦਾ ਨਹੀਂ ਸੀ, ਉਹਨੇ ਪੰਜਾਬ 'ਚੋਂ ਰਿਲੀਵ ਹੋਏ ਤੋਂ ਬਗੈਰ ਜਾ ਕੇ ਜਿਹੜੀ ਉਹਦੀ ਆਪਣੀ ਸਟੇਟ ਸੀ ਉੱਥੇ ਜੁਆਇਨ ਕਰ ਲਿਆ ਸੀ। ਜਦੋਂ ਉੱਥੇ ਜੁਆਇਨ ਕਰ ਲਿਆ, ਸਰਕਾਰ ਨੂੰ ਬਾਅਦ 'ਚ ਪਤਾ ਲੱਗਦਾ ਕਿ ਸਾਡਾ DGP ਤਾਂ ਜਾ ਕੇ ਦੂਸਰੀ ਸਟੇਟ 'ਚ ਜੁਆਇਨ ਕਰ ਚੁੱਕਿਆ, ਔਰ ਉੱਥੇ ਜੁਆਇਨ ਕਰ ਲਿਆ। ਸਰਕਾਰ ਚੁੱਪ ਰਹੀ। ਜਿਸ ਦਿਨ ਉਹ ਦਿੱਲੀ ਦੇ ਵਿੱਚ ਮਹਾਰਾਸ਼ਟਰ ਭਵਨ ਤੇ ਆ ਕੇ ਵੜਿਆ, ਉੱਥੋਂ ਇਹੀ ਸਮੇਤ ਸਿੰਘ ਸੈਣੀ ਉਹਨੂੰ ਚੱਕ ਕੇ ਪੰਜਾਬ ਲੈ ਆਇਆ ਸੀ, ਲਿਆ ਕੇ ਉਹਦੇ ਉੱਤੇ ਪਰਚਾ ਦਰਜ ਕੀਤਾ ਸੀ, ਠੀਕ ਹੈ। ਉਹ ਸੀਗਾ ਕਿ ਉਹਨੂੰ ਇਹਨਾਂ ਦੀ ਪੁਲਿਸ ਵਾਲਿਆਂ ਦੀ ਉਹ ਮਤਲਬ ਇੱਕ ਬੋਲੀ ਹੈ ਕਿ ਰੜ ਕੇ ਗੋਭੀ ਦੀ ਦਾਲ ਬਦਲੇ ਥਾਣੇਦਾਰ ਤੇ ਦਰੋਗਾ ਲੜ ਪਏ। ਇਹ ਮਤਲਬ ਪੁਲਿਸੀਆਂ ਦੀ ਆਪਸੀ ਲੜਾਈ ਹੈ। ਜਿਹੜੀ ਵਿਚਲੀ ਗੋਭੀ ਹੈ ਉਹ ਬਹੁਤ ਗੰਭੀਰ ਹੈ, ਉਹਦੇ ਬਹੁਤ ਗੋਸ਼ੇ ਮੋਸ਼ੇ ਨੇ। ਨਹੀਂ ਹੁਣ ਜਿਸ ਤਰ੍ਹਾਂ ਸਰਬਦੀਪ ਸਿੰਘ ਵਿਰਕ ਹੋਰਾਂ ਦਾ ਜਾਂ ਇਹ ਮਾਮਲੇ ਦੀਆਂ ਵੀ ਆਪਸ 'ਚ ਡੂੰਘੀਆਂ ਧਾਰਾਂ ਨੇ ਇਸ ਕੇਸ। ਨਹੀਂ ਮੈਂ ਬਿਲਕੁਲ ਕਹਿ ਰਿਹਾ। ਦੇਖੋ ਕੀ ਸੀ, ਭਾਰਤਿੰਦਰ ਸਿੰਘ ਚਹਿਲ ਨੇ ਕੀ ਕੀਤਾ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਪੰਜਾਬ ਸਰਕਾਰ ਝੂਠੇ ਕੇਸਾਂ 'ਚ ਫਸਾਉਣਾ ਚਾਹੁੰਦੀ ਆ। 2007 'ਚ ਹਾਈ ਕੋਰਟ ਨੇ ਸਟੇ ਕਰ ਦਿੱਤਾ। ਇਹਨਾਂ ਕਿਹਾ ਠੀਕ ਆ, ਪੰਜਾਬ ਪੁਲਿਸ ਫਸਾਉਣਾ ਚਾਹੁੰਦੀ ਆ, ਵਿਜੀਲੈਂਸ ਤਾਂ ਨਹੀਂ। ਵਿਜੀਲੈਂਸ ਨੇ ਹਾਈ ਕੋਰਟ ਆਏ ਨੂੰ ਚੱਕ ਕੇ ਲਿਆ ਕੇ ਕੇਸ ਦਰਜ ਕਰਤਾ। ਬੜੇ ਕਿਚਨ ਦੇ ਜਿਹੜੀ ਸੈਟਿੰਗ ਕਰਾਈ ਸੀ, ਕਾਰਾਂ ਦੇ ਹੋਰ ਬੜਾ ਕੁਝ ਫਿਰ ਉਦੋਂ ਪਾਇਆ ਗਿਆ ਸੀ। ਮੈਂ ਉਹ ਚਹਿਲ ਹੋ ਰਹੀ ਆਪਣੀ ਫਾਰਮ 'ਚ ਨੇ। ਮੈਂ ਉਹੀ ਦੱਸਦਾ ਕਿ ਹਾਲਾਤ ਕੀ ਆ। ਜਦੋਂ ਤੁਸੀਂ ਸਿੰਸੀਅਰ ਹੁੰਦੇ ਹੋ ਤੇ FIR ਲੌਜ ਹੋਣ ਤੋਂ ਪਹਿਲਾਂ ਤੁਸੀਂ ਅਕਿਊਜ਼ਡ ਜਿਹੜਾ ਉਹਨੂੰ ਅਰੈਸਟ ਕਰ ਲੈਂਦੇ ਹੋ, ਉਹਨੂੰ ਅਰੈਸਟ ਕਰਨਾ ਬਣਦਾ। ਕਿਉਂਕਿ ਮੈਂ ਪੁਲਿਸ ਦਾ ਜਿਹੜਾ ਉਹਦਾ ਬਿਹੇਵ ਦੇਖਿਆ ਕਿ ਪੁਲਿਸ ਜਿਹੜੀ ਆ ਇਹਨਾਂ ਦਾ ਰੋਜ਼ਨਾਮਚਾ ਟਵਾਣਾ ਸਾਹਿਬ 24 ਘੰਟੇ ਪਿੱਛੇ ਪਿਆ ਹਮੇਸ਼ਾ। ਜੇ ਅੱਜ ਸ਼ਾਮ ਨੂੰ ਸਪੋਜ਼ ਕਰੋ 5 ਵਜੇ ਆ ਤੇ ਇਹ ਕੱਲ ਸ਼ਾਮ ਦੇ 5 ਵਜੇ ਤੇ ਇਹਨਾਂ ਦਾ ਰੁਕਿਆ ਹੋਇਆ, ਕਿਉਂਕਿ ਕੋਈ ਵੀ ਬੈਕ ਟਾਈਮ ਦੇ ਵਿੱਚ ਇਹਨਾਂ ਨੂੰ ਕੋਈ ਵੀ ਕੇਸ ਆ ਗਿਆ ਤਾਂ ਇਹਨਾਂ ਨੇ ਉਹਦੇ 'ਚ ਦਰਜ ਕਰ ਦੇਣਾ। ਇਹਨਾਂ ਹਮੇਸ਼ਾ ਉਹਨੂੰ 24 ਘੰਟੇ ਪਿੱਛੇ ਚਲਾਉਣਾ, ਕਿਉਂਕਿ ਇਹ ਪੂਰਾ ਅਪਡੇਟ ਨਹੀਂ ਕਰਦੇ ਆ। 24 ਘੰਟੇ ਪਿੱਛੇ ਚੱਲਦਾ ਕਿ ਬਚਣ ਦਾ ਰਸਤਾ ਇਹਨੇ ਕੱਢਿਆ। ਕਿਸੇ ਥਾਣੇ ਨੂੰ ਚੈੱਕ ਕਰ ਲਓ, ਕਿਤੇ ਵੀ ਜਾ ਕੇ ਚੈੱਕ ਕਰ ਲਓ, ਪੂਰਾ ਪੰਜਾਬ ਕੀ ਪੂਰੇ ਇੰਡੀਆ ਦਾ ਇਹੀ ਹਾਲ ਆ ਕਿ 24 ਘੰਟੇ ਤੁਹਾਨੂੰ ਇਹਨਾਂ ਦਾ ਰੋਜ਼ਨਾਮਚਾ ਜਿਹੜਾ ਉਹ ਪਿੱਛੇ ਮਿਲੇਗਾ। ਆਪਣੇ ਹਿਸਾਬ ਦੇ ਨਾਲ ਇਹਨਾਂ ਨੇ ਅਪਡੇਟ ਕਰਨਾ ਉਹਨੂੰ। ਉਹਨਾਂ ਚੋਰ ਮੋਰੀਆਂ 'ਚ ਬਚਣਾ, ਉਹਨਾਂ ਚੋਰ ਮੋਰੀਆਂ 'ਚ ਇਹ ਬਚਦੇ ਨੇ। ਹੁਣ ਚਾਹੀਦਾ ਤੇ ਇਹ ਸੀ ਜਦੋਂ FIR ਲੌਜ ਹੋਈ ਹੈ, ਉਹਦੇ ਬਾਅਦ ਜਦੋਂ ਜੱਡ ਸਿਕਿਉਰਿਟੀ ਆ ਤੇ ਫਿਰ ਉਹ ਵੀ ਸਟੇਟ ਦਾ ਹੋਮ ਡਿਪਾਰਟਮੈਂਟ ਕਿੱਥੇ ਸੀ, ਨਾਲ ਤੁਹਾਡੀ ਸਿਕਿਉਰਿਟੀ ਲੱਗੀ ਹੋਈ ਆ ਜੱਡ ਸਿਕਿਉਰਿਟੀ ਦੇ ਵਿੱਚ। ਮਨਾ ਕਰ ਰਿਹਾ ਮਤਲਬ ਉੱਥੋਂ ਜਿਹੜਾ ਉਹਦੇ ਨਾਲ ਇੰਸਪੈਕਟਰ ਤੇ ASI ਆ, ਦੋਨੋਂ ਪੰਜਾਬ ਪੁਲਿਸ ਤੇ ਲਾਏ ਹੋਏ ਆ ਤੁਸੀਂ, ਠੀਕ ਹੈ। ਉਹਨਾਂ ਨੇ ਤੁਹਾਨੂੰ ਇਨਫੋਰਮ ਨਹੀਂ ਕੀਤਾ। ਇਹਦਾ ਮਤਲਬ ਦੋਨੋਂ ਡਿਸਮਿਸ ਹੋਣੇ ਚਾਹੀਦੇ ਆ ਕਿ ਜਿਹੜਾ ਮੁਰਜਮ ਤੁਹਾਡੇ ਹੱਥ 'ਚੋਂ ਨਿਕਲ ਕੇ ਚੱਲ ਜਾਵੇ। ਤੇ ਇਸ ਤੋਂ ਵੱਡੀ ਤੁਹਾਡੇ ਲਈ ਨਮੋਸ਼ੀ ਕੀ ਹੋ ਸਕਦੀ ਆ। ਟਵਾਣਾ ਸਾਹਿਬ ਇਹ ਇਕੱਲਾ ਕੇਸ ਨਹੀਂ ਹੈ, ਇਹ ਕੇਸ ਦੇ ਇੱਕ ਕੇਸ ਇਹ ਪਿਆ, ਇਹਦੇ ਵਿੱਚ ਹੁਣ 3 ਜਿਹੜੇ ਨੇ ਵਿਅਕਤੀ, ਉਹ ਤਿੰਨਾਂ ਦੇ ਕਤਲ ਦਾ ਇਹਦੇ ਤੇ ਇਲਜ਼ਾਮ ਆ। ਦਵਿੰਦਰਪਾਲ ਸਿੰਘ ਭੁੱਲਰ ਦੇ ਫਾਦਰ ਦਾ ਤੇ ਉਹਨਾਂ ਦੇ ਮਾਸੜ ਦਾ ਤੇ ਬਲਵੰਤ ਸਿੰਘ ਮੁਲਤਾਨੀ ਦਾ, 3 ਹੋ ਗਏ। ਇਹਦੇ ਨਾਲ ਹੀ ਲੁਧਿਆਣੇ ਤੋਂ ਪ੍ਰੋਫੈਸਰ ਰਜਿੰਦਰਪਾਲ ਸਿੰਘ ਗਿੱਲ ਦਾ ਬੇਟਾ, ਬਾਅਦ 'ਚ ਬੀਬੀ ਰਜਿੰਦਰ ਕੌਰ ਬੁਲਾਰਾ 89 'ਚ ਮੈਂਬਰ ਪਾਰਲੀਮੈਂਟ ਵੀ ਭਾਵੇਂ ਲੁਧਿਆਣੇ ਤੋਂ ਬਣੀ ਆ, ਉਹ ਕੇਸ ਵੀ ਜਿਹੜਾ ਉਹ ਵੀ ਇਹਨਾਂ ਦੇ ਉੱਤੇ ਅਜੇ ਆ ਕੇ ਜਿਹੜਾ ਉਹ ਸਟੈਂਡ ਕਰਦਾ। ਲੁਧਿਆਣੇ ਦਾ ਜਿਹੜਾ ਉਹ ਸੈਣੀ ਮੋਟਰਸ ਵਾਲਾ ਉਹ ਕੇਸ ਜਿਹੜਾ ਉਹ ਦਿੱਲੀ ਦੀ 30 ਹਜ਼ਾਰੀ ਕੋਰਟ ਦੇ ਵਿੱਚ ਅਜੇ ਚੱਲ ਰਿਹਾ। ਉਹ ਵੱਖਰੀ ਗੱਲ ਹੈ ਕਿ ਉਹਦੇ 'ਚ ਉਹ ਵਿਚਾਰੀ ਮਾਤਾ ਜਿਹੜੀ ਸੀਗੀ
ਉਹ 100 ਸਾਲ ਦੀ ਉਮਰ ਪੂਰੀ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਕਿੰਨੀ ਕੁ ਦੇਰ ਇਕੱਲੀ ਲੜ ਸਕਦੀ ਸੀਗੀ ਐਡੇ ਤਾਕਤਵਰ ਬੰਦੇ ਨਾਲ, ਜਿਹਦੇ ਨਾਲ ਪੂਰਾ ਸਟੇਟ ਦਾ ਤੰਤਰ ਖੜਾ ਤੇ ਕੇਂਦਰ ਦਾ, ਪੂਰੇ ਭਾਰਤ ਦਾ ਜਿਹੜਾ ਸੀ ਤੰਤਰ, ਉਹ ਸਾਰੇ ਦਾ ਸਾਰਾ ਉਹਦੇ ਨਾਲ ਖੜਾ ਸੀ। ਤੇ ਉਹਦੇ ਨਾਲ ਲੜ ਕੌਣ ਸਕਦਾ ਸੀਗਾ? ਇਹ ਤੇ ਹੁਣ ਉਹ ਉੱਥੇ ਵੀ ਇਹਨੇ ਕੀਤਾ, ਇਹਨੇ ਐਵੀਡੈਂਸ ਇਦਾਂ ਦਾ ਕਰ ਲਿਆ, ਲੋਕ ਲੱਖ ਕਰਨ। ਪਰ ਮੈਂ ਦੇਖਦਾ ਕਿ ਜਿੰਨਾ ਕੁ ਉਸ ਮਤਲਬ ਸੈਣੀ ਮੋਟਰਸ ਵਾਲੇ ਕੇਸ ਦਾ, ਉਹਦੇ ਵਿੱਚੋਂ ਵੀ ਇਹਨੇ ਬਰੀ ਹੋ ਕੇ ਜਿਹੜਾ ਨਿਕਲ ਜਾਣਾ। ਤੇ ਜਿਹੜਾ ਇਹ ਵੀ ਆ, ਇੱਥੇ ਹੁਣ ਜੋ ਮਰਜ਼ੀ ਸਰਕਾਰ ਕਹੇ, ਜੋ ਮਰਜ਼ੀ ਬਾਕੀ ਇੱਥੇ ਸਿਆਸੀ ਰੋਟੀਆਂ ਸੇਕ ਲੈਣ, ਜੇ ਇਸ ਨੂੰ ਸਜ਼ਾ ਦੇਣੀ ਹੁੰਦੀ ਤਾਂ ਇਹਦੀ ਤੁਰੰਤ ਗ੍ਰਿਫਤਾਰੀ ਜਿਹੜੀ ਉਹ ਬਣਦੀ ਸੀ। ਜੇ ਗ੍ਰਿਫਤਾਰੀ ਨਹੀਂ ਹੋਈ, ਇਹਦਾ ਮਤਲਬ ਕਿ ਕੇਵਲ ਤੇ ਕੇਵਲ ਸਿਆਸੀ ਰੋਟੀਆਂ ਸੇਕੀਆਂ ਗਈਆਂ, ਹੋਰ ਕੱਖ ਨਹੀਂ ਇਹਦੇ 'ਚ ਹੋਣਾ, ਨਾ ਕਿਸੇ ਨੇ ਪੁੱਛਣਾ। ਸਿਰਫ ਇਹ ਆ ਕਿ ਇਹ ਆਪਦੇ ਜਿਹੜੇ ਜੇ ਇਹਨੂੰ ਹੋਰ ਟਵਾਣਾ ਸਾਹਿਬ ਇੱਕ ਗੱਲ ਆ, ਜੇ ਇਹਨੂੰ ਅਰੈਸਟ ਕਰਨਾ ਹੁੰਦਾ ਤੇ 2017 'ਚ ਜਿੱਦਣ ਸਰਕਾਰ ਆਈ ਆ ਉਦਣੇ ਆਉਂਦੇ ਨੂੰ ਅਰੈਸਟ ਕਰ ਲੈਂਦੀ। ਹੁਣ ਬਾਈਬਲ ਕਲਾਂ ਤੇ ਬਰਗਾੜੀ ਤੇ ਗੁਰਜਵਾਰ ਸਿੰਘ ਵਾਲਾ, ਮੈਂ ਉਹ ਉਸੇ ਤੇ ਆਉਣਾ। ਉਹਦੀਆਂ ਪਰਤਾਂ ਖੁੱਲਣਗੀਆਂ? ਨਹੀਂ ਟਵਾਣਾ ਸਾਹਿਬ, ਉਹਦੀਆਂ ਪਰਤਾਂ ਖੁੱਲਣੀਆਂ ਕਿੱਦਾਂ ਸੀ? ਉਸ ਕੇਸ ਦੇ ਵਿੱਚ ਆਲਰੇਡੀ ਹਾਈ ਕੋਰਟ ਨੇ ਸਟੇ ਦਿੱਤਾ ਹੋਇਆ ਕਿ ਤੁਸੀਂ 15 ਦਿਨ ਦੇ ਨੋਟਿਸ ਦਿੱਤੇ ਤੋਂ ਬਗੈਰ ਅਰੈਸਟ ਨਹੀਂ ਕਰ ਸਕਦੇ। ਠੀਕ ਹੈ, ਹੁਣ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਨੇ, ਉਹਦਾ ਹੁਕਮ ਕੌਣ ਟਾਲ ਸਕੂਗਾ? ਕਿੱਦਾਂ ਗ੍ਰਿਫਤਾਰ ਕਰ ਲਓਗੇ? ਔਰ ਗ੍ਰਿਫਤਾਰੀ ਕਿੱਥੇ ਹੋਣੀ ਸੀ? ਜਿਹੜਾ ਪੁਲਿਸ ਦੇ ਰੰਗ ਢੰਗ ਹੁੰਦੇ ਆ ਕਿ ਇਸ ਕੇਸ 'ਚ ਹੋਣੀ ਸੀ, ਇਹਦੇ ਵਿੱਚ ਹੀ ਉਹਦੀ ਇਨਵੈਸਟੀਗੇਸ਼ਨ ਹੋ ਜਾਣੀ ਸੀ। ਕਿਉਂਕਿ ਜਿਹੜਾ ਇੱਦਾਂ ਦਾ ਮੁਲਜ਼ਮ ਹੁੰਦਾ, ਉਹ ਜਿੰਨੀ ਦੇਰ ਪੁਲਿਸ ਦੀ ਗ੍ਰਿਫਤ 'ਚ ਨਹੀਂ ਜਾਂਦਾ, ਉਨੀ ਦੇਰ ਤੱਕ ਉਹਦੇ ਤੋਂ ਕੁਝ ਵੀ ਸੱਚ ਉਗਲਾਉਣਾ ਜਿਹੜਾ ਔਖਾ। ਪਰ ਵੱਡੀ ਗੱਲ ਕੀ ਆ ਕਿ ਇਹ ਸੱਚ ਕਿੱਦਾਂ ਨਹੀਂ ਉਗਲਿਆ ਜਾ ਸਕਦਾ? ਕਿਉਂਕਿ ਜੇਕਰ ਸਮੇਤ ਸਿੰਘ ਸੈਣੀ ਫਸਦਾ ਤੇ ਇਹਦੇ ਨਾਲ ਬਹੁਤ ਵੱਡੇ ਹੋਰ ਅਫਸਰ ਜਿਹੜੇ ਆ ਉਹਨਾਂ ਨੇ ਸਕੰਜੇ 'ਚ ਹੀ ਆ ਜਾਣਾ। ਕਿਉਂਕਿ ਇਹਨਾਂ ਨੇ ਰਲ ਕੇ ਪੰਜਾਬ ਦੀ ਜਵਾਨੀ ਦਾ ਜਿਸ ਤਰੀਕੇ ਨਾਲ ਘਾਣ ਕੀਤਾ ਹੋਇਆ, ਉਹ ਸਾਰਾ ਕੁਝ ਜਦੋਂ ਸਾਹਮਣੇ ਆਇਆ ਤਾਂ ਇਹਨਾਂ ਲਈ ਸਮੱਸਿਆ ਖੜ ਜਾਣੀ ਆ। ਉਹ ਸਮੱਸਿਆ ਕਰਕੇ ਸਿਰਫ ਪੁਲਿਸ ਅਫਸਰ ਫਸਦਾ ਕਦੋਂ? ਜਦੋਂ ਟਵਾਣਾ ਸਾਹਿਬ ਇਹਨਾਂ ਦੇ ਜਿਹੜੀ ਪੁਲਿਸ ਦੇ ਅੰਦਰ ਗਰੁੱਪਬਾਜੀ ਆ, ਜੇ ਤੁਹਾਡੇ ਵਿਰੋਧੀ ਗਰੁੱਪ ਦਾ ਆ ਗਿਆ ਤੇ ਫਿਰ ਰਗੜਨ ਲੱਗੇ ਮਿੰਟ ਨਹੀਂ ਲਾਉਂਦੇ। ਇੱਕ ਅਕਾਲੀ ਤੇ ਰਹਿ ਇੱਕ ਕਾਂਗਰਸ ਦਾ? ਨਹੀਂ, ਅਕਾਲੀ ਨਹੀਂ। ਜਿਹੜਾ ਅਕਾਲੀ ਆ ਉਹੀ ਕਾਂਗਰਸੀ ਆ, ਪੁਲਿਸ ਦੇ ਨਹੀਂ। ਸਿਰਫ ਪੁਲਿਸ ਦੇ ਵਿੱਚ ਕੀ ਆ, ਜਦੋਂ ਸਰਕਾਰ ਬਦਲੀ ਹੈ ਤਾਂ ਪਹਿਲੀ ਵਾਰੀ ਇਸ ਵਾਰੀ ਡੀਜੀਪੀ ਉਹੀ ਰੱਖਿਆ ਇਹਨਾਂ ਨੇ ਅਕਾਲੀਆਂ ਵਾਲਾ, ਅਦਰਵਾਈਜ਼ ਸਾਰੇ ਮਤਲਬ ਨਹੀਂ ਦੇਖੋ, ਨਹੀਂ ਉਹ ਐਸਐਚਓ ਤੱਕ ਕਿੱਦਾਂ ਬਦਲਦੇ ਨੇ? ਜਿਹੜੇ ਪਟਿਆਲੇ 'ਚ ਕਾਂਗਰਸੀ ਆ, ਸੰਗਰੂਰ 'ਚ ਜਾ ਕੇ ਅਕਾਲੀ ਨੇ। ਜਿਹੜੇ ਸੰਗਰੂਰ 'ਚ ਅਕਾਲੀ ਆ, ਪਟਿਆਲੇ 'ਚ ਕਾਂਗਰਸੀ ਨੇ। ਸਿਰਫ ਡਿਸਟ੍ਰਿਕਟ ਚੇਂਜ ਹੁੰਦਾ। ਉਹੀ ਦੇਖੋ ਤੁਸੀਂ, ਡੀਐਸਪੀ, ਐਸਪੀ, ਐਸਐਸਪੀ, ਐਸਐਚਓ ਸਾਰੇ ਉਹੀ ਨੇ, ਸਿਰਫ ਉਹਨਾਂ ਦਾ ਡਿਸਟ੍ਰਿਕਟ ਚੇਂਜ ਹੋਏਗਾ ਔਰ ਉਹੀ ਲੱਗਣਗੇ। ਜਿਹੜੇ ਇਮਾਨਦਾਰ ਨੇ, ਜਿਨ੍ਹਾਂ ਨੇ ਆਪਣੀ 10-9 ਦੀ ਕਿਰਤ ਕਰਕੇ ਖਾਣੀ ਆ, ਉਹ ਤਾਂ ਸਿਰਫ ਪੁਲਿਸ ਲੈਣ ਬੈਠਣਗੇ, ਜਾਂ ਉਹ ਜਿਹੜੀਆਂ ਬਾਕੀ 3 ਬਟਾਲੀਅਨ ਕੰਪਨੀਆਂ ਬੈਠੀਆਂ ਨੇ, IRB ਚੱਲ ਜਾਣਗੇ, PAP ਚੱਲ ਜਾਣਗੇ, ਜਾਂ ਉਹ ਦੂਸਰੇ ਦੇ ਵਿੱਚ ਕੀ ਕਹਿੰਦੇ ਹੁੰਦੇ ਕਮਾਂਡੋ 'ਚ ਚੱਲ ਜਾਣਗੇ। ਉਹ ਕਹਿਣਗੇ ਅਸੀਂ ਇੱਥੋਂ ਕੁਝ ਨਹੀਂ ਲੈਣਾ। ਉਹ ਆਪਦਾ ਚੁੱਪ ਕਰਕੇ ਸਾਈਡ ਤੇ। ਉਹ ਮਤਲਬ ਜਿਹੜੇ ਚੰਗੇ ਹੈਗੇ ਨੇ ਗਿਣਤੀ ਦੇ ਆ, ਤੇ ਚੰਗਿਆਂ ਨੂੰ ਵੀ ਇਹੋ ਜਿਹਾ ਡੋਬਦੇ ਆ, ਤੇ ਚੰਗੇ ਜਿਹੜੇ ਆ ਉਹ ਸਟੈਂਡ ਲੈਣ ਲੱਗੇ 100 ਵਾਰ ਸੋਚਦੇ ਆ ਕਿ ਜੇ ਅਸੀਂ ਇੱਥੇ ਸਟੈਂਡ ਲੈ ਲਿਆ ਤੇ ਸਾਡਾ ਹਸ਼ਰ ਕੀ ਹੋਏਗਾ। ਜਿਹੜੇ ਮੌਜੂਦਾ ਇਸ ਵੇਲੇ ਦੇ ਪੰਜਾਬ ਦੇ ਕਰਤਾ ਧਰਤਾ ਨੇ ਪੂਰੇ ਇਸ ਡਿਪਾਰਟਮੈਂਟ ਦੇ, ਉਹ ਵੀ ਤਾਂ ਕਿਸੇ ਟਾਈਮ ਸਮੇਤ ਸੈਣੀ ਦੇ ਅੰਡਰ ਹੈ। ਜਿਸ ਦਿਨ ਸਮੇਤ ਸੈਣੀ ਨੂੰ DGP ਲਾਇਆ ਗਿਆ, ਉਦੋਂ ਉਹ 9ਵੇਂ ਨੰਬਰ ਤੇ ਸੀ। 8 ਨੂੰ ਸਾਈਡ ਲਾਈਨ ਕਰਕੇ 9ਵੇਂ ਨੰਬਰ ਤੋਂ ਚੱਕ ਕੇ ਉਹਨੂੰ DGP ਲਾਇਆ ਗਿਆ, ਜਦੋਂ ਕਿ UPSC ਨੂੰ ਕੇਸ ਭੇਜਣਾ ਪੈਂਦਾ। ਔਰ ਜਿਹੜਾ ਸੁਪਰੀਮ ਕੋਰਟ ਦੀਆਂ ਬੜੀਆਂ ਸਖਤ ਹਦਾਇਤਾਂ ਨੇ ਕਿ ਜਿਹੜੇ 3 ਸੀਨੀਅਰ ਨੇ, ਮੋਸਟ ਸੀਨੀਅਰ, ਉਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਦੀ ਚੋਣ ਹੋਣੀ ਆ। ਲੇਕਿਨ ਤੁਸੀਂ 8 ਸਾਈਡ ਤੇ ਕਰ ਦਿੰਦੇ। ਜਿਹੜਾ ਹੁਣ ਵੀ DGP ਦੀ ਚੋਣ ਹੋਈ ਆ, ਉਹ ਕਿਸ ਤਰ੍ਹਾਂ ਹੋਈ ਆਪਾਂ ਨੂੰ ਪਤਾ। ਜਿਹੜੇ ਸੀਨੀਅਰ ਸੀ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ, ਜਿਹੜੇ ਜੂਨੀਅਰ ਸੀ ਉਹਨਾਂ ਤਿੰਨਾਂ ਦਾ ਪੈਨਲ ਭੇਜ ਕੇ ਉਹਦੇ ਚੋਂ ਇੱਕ ਨੂੰ ਚੁਣ ਲਿਆ। ਕਿਤੇ ਨਾ ਕਿਤੇ ਰਾਜਨੀਤੀ ਜਿਹੜੀ ਆ ਉਹ ਤਾਂ ਬਹੁਤ ਵੱਡੇ ਲੈਵਲ ਤੇ ਜਿਹੜੀ ਆ ਉਹ ਪਾਰੂ ਆ ਜੀ। ਜਿਸ ਤਰ੍ਹਾਂ ਹੁਣ 364 ਜਾਂ 120 ਜਾਂ ਹੋਰ ਇਹ ਸਾਰੀਆਂ ਧਾਰਾਵਾਂ ਨੇ, ਤੁਸੀਂ ਕੀ ਵੇਖਦੇ ਹੋ ਕਿ ਕਾਨੂੰਨੀ ਨਜ਼ਰੀਏ ਤੋਂ ਸਮੇਤ ਸਿੰਘ ਸੈਣੀ ਹੋਰਾਂ ਨੂੰ ਕੋਈ ਮਿਲ ਸਕਦੀ ਹੈ ਰਾਹਤ? ਨਹੀਂ ਟਵਾਣਾ ਸਾਹਿਬ, ਮੈਨੂੰ ਨਾ ਰਾਹਤ ਦਿਖਦੀ ਆ। ਮੈਨੂੰ ਉਹਦੇ ਫਸਣ ਦਾ ਬਹੁਤਾ ਚਾਂਸ ਨਹੀਂ ਦਿਖਦਾ। ਇੱਕ ਤਾਂ ਦੇਖੋ 29 ਸਾਲ ਹੋ ਗਏ ਨੇ। ਦੂਸਰੀ ਗੱਲ ਕੀ ਆ ਕਿ ਜਿਸ ਵੇਲੇ ਇਨਵੈਸਟੀਗੇਸ਼ਨ ਹੋਏਗੀ, ਜੇ ਤਾਂ ਇਨਵੈਸਟੀਗੇਸ਼ਨ ਪੁਲਿਸ ਕਸਟਡੀ 'ਚ ਹੋਗੀ ਤੇ ਸਰਕਾਰ ਸੰਸੀਅਰ ਹੋਈ ਤੇ ਫਿਰ ਤਾਂ ਬਹੁਤ ਕੁਛ ਆ, ਫਿਰ ਤਾਂ ਅੰਤ ਹੀ ਨਹੀਂ। ਕਿਉਂਕਿ ਜਿਹੜੀ CBI ਨੇ ਇਨਵੈਸਟੀਗੇਸ਼ਨ ਕੀਤੀ ਸੀ ਉਹ 'ਚ 73 ਗਵਾਹ ਸੀਗੇ, ਤੇ ਜੇ ਉਹ 73 ਗਵਾਹ ਨੇ, ਜੇ ਉਹ 'ਚ 2-4 ਵੀ ਪਾਸੇ ਹੋਏ ਤਾਂ ਪਰ 70 ਤਾਂ ਫਿਰ ਵੀ ਮਿਲ ਜਾਣਗੇ। 70 ਗਵਾਹ ਬਹੁਤ ਹੁੰਦੇ ਨੇ। ਲੇਕਿਨ ਕੀ ਆ ਕਿ ਮੈਨੂੰ ਸਰਕਾਰ ਸੰਸੀਅਰ ਨਹੀਂ ਰੱਖਦੀ। ਦੂਸਰੀ ਗੱਲ 302 ਨਹੀਂ ਲੱਗੀ, ਚਲੋ ਠੀਕ ਆ। ਅੱਜ ਜੋ ਵੀ ਇਹਨਾਂ ਨੇ FIR ਲੌਜ ਕਰ ਦਿੱਤੀ ਆ, ਹੁਣ 302 ਤੇ 364 ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈ।
ਇਹਦੇ ਵਿੱਚ ਵੀ ਉਮਰ ਕੈਦ ਹੈਗੀ ਆ। ਲੇਕਿਨ ਜਦੋਂ ਇਹ ਚਾਰਜ ਸ਼ੀਟ ਜਿਹੜੀ ਆ ਉਹ ਪੇਸ਼ ਕਰਨਗੇ ਕੋਰਟ ਦੇ ਵਿੱਚ, ਉਸ ਵੇਲੇ ਚਾਰਜ ਜਦੋਂ ਫਰੇਮ ਹੋਣੇ, ਉਸ ਵੇਲੇ ਜੱਜ ਨੇ ਦੇਖਣਾ ਕਿ ਇਹਨੂੰ 302 'ਚ ਲੈਣਾ ਜਾਂ 364 'ਚ ਹੀ ਲੈਣਾ। ਇਹ ਵੀ ਉਸ ਵੇਲੇ ਜੱਜ ਤੇ ਡਿਪੈਂਡ ਕਰਦਾ। ਹੋ ਸਕਦਾ ਕਿ ਫਿਰ ਜੇ ਸਫੀਸ਼ੀਐਂਟ ਐਵੀਡੈਂਸ ਆ ਗਿਆ ਤੇ ਫਿਰ 300 ਹੀ ਚਾਰਜ ਲੱਗੇ ਤੇ ਫਿਰ 302 ਦੇ ਵਿੱਚ ਹੀ ਕੇਸ ਜਿਹੜਾ ਉਹ ਟ੍ਰਾਇਲ ਹੋਏਗਾ। ਪਰ ਮੈਨੂੰ ਲੱਗਦਾ ਨਹੀਂ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਮੋਹਾਲੀ ਦੀ ਜਿਹੜੀ ਡਿਸਟ੍ਰਿਕਟ ਕੋਰਟ ਆ ਉਹਦੇ ਵਿੱਚ ਉਹਨਾਂ ਨੇ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਜਿਹੜੀ ਉਹ ਲਾਤੀ ਆ। ਜੇ ਉੱਥੋਂ ਰਿਜੈਕਟ ਹੋ ਜਾਏਗੀ ਹਾਈ ਕੋਰਟੋਂ ਲੈ ਲੈਣਗੇ, ਜੇ ਹਾਈ ਕੋਰਟੋਂ ਨਹੀਂ ਫਿਰ ਸੁਪਰੀਮ ਕੋਰਟ। ਕਿਉਂਕਿ ਆਪਾਂ ਨੂੰ ਜੁਡੀਸ਼ਲੀ ਦਾ ਪਤਾ ਕਿ ਜੇ ਇੱਕ ਬਾਂਦਰ ਨੂੰ ਦੇਖ ਕੇ ਤੇ ਉਹਦੇ ਤੇ ਰਾਮ ਜਨਮ ਭੂਮੀ ਦਾ, ਅਯੁੱਧਿਆ ਦਾ ਫੈਸਲਾ ਦਿੱਤਾ ਜਾ ਸਕਦਾ, ਤੇ ਜੇ ਇੱਕ ਚੀਫ ਜਸਟਿਸ ਦੇ ਵਿਰੁੱਧ ਬਗਾਵਤ ਕਰਨ ਵਾਲੇ ਜਿਹੜੇ ਆ ਉਹਨਾਂ ਚੋਂ ਇੱਕ ਨੂੰ ਚੀਫ ਜਸਟਿਸ ਲਾਇਆ ਜਾਂਦਾ, ਤਾਂ ਆਖਰੀ ਜਿਹੜੇ 3 ਮਹੀਨੇ ਜਾਂ 6 ਮਹੀਨੇ ਆ ਉਹਦੇ 'ਚ ਕਿੰਨੇ ਫੈਸਲੇ ਕਰਕੇ ਰਾਜ ਸਭਾ ਦੀ ਮੈਂਬਰ ਹੀ ਲੈ ਸਕਦਾ, ਤਾਂ ਫਿਰ ਇੱਥੇ ਜ਼ਮਾਨਤ ਮਿਲਣੀ ਜਿਹੜੀ ਆ ਕੋਈ ਬਹੁਤੀ ਮੁਸ਼ਕਲ ਮੈਨੂੰ ਨਹੀਂ ਲੱਗਦੀ। ਜਦੋਂ ਸੁਪਰੀਮ ਕੋਰਟ ਦੇ ਜਸਟਿਸ ਨੇ MP ਦਾ ਕੋਟਾ ਲੈਣਾ ਹੋਵੇ ਤੇ ਬੜਾ ਕੁਝ ਲੈ ਸਕਦੇ ਆ, ਕਿਉਂਕਿ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਆਮ ਆਦਮੀ ਪਾਰਟੀ ਜਿਹੜੇ ਕਦੇ ਸੀ, ਉਹਨਾਂ ਨੇ ਇਸਤਗਾਸਾ ਪਾਇਆ ਸੀ ਸੁਪਰੀਮ ਕੋਰਟ ਦੀ ਭਾਰਤ ਦੇ 16 ਮੁੱਖ ਜੱਜਾਂ ਚੋਂ 8 ਮੁੱਖ ਜੱਜਾਂ ਦੇ ਖਿਲਾਫ। ਸਬਰਵਾਲ ਹੋਰੀ ਪਰ ਸਾਰਿਆਂ ਕੁਛ ਕਿ ਇਹ ਕਰਪਟ ਨੇ। ਇਹ ਵੀ ਬਹੁਤ ਕਮਾਲ ਦਾ ਸਟੈਪ ਸੀਗਾ। ਨਹੀਂ ਤਾਂ ਮਾਣਯੋਗ ਅਦਾਲਤ ਦੇ ਮਾਣ ਦੇ ਖਿਲਾਫ ਭਾਵੇਂ ਨਿਰਮਲ ਸਿੰਘ ਕੇਸ ਆਪਾਂ ਨੂੰ ਸਾਰਿਆਂ ਨੂੰ ਪਤਾ ਕੀ ਕੁਛ ਹੋਇਆ ਸੀ। ਖੈਰ ਇੱਕ ਬ੍ਰੇਕ ਲੈਣੇ ਆ। ਕੈਪਟਨ ਅਮਰਿੰਦਰ ਸਿੰਘ ਇਸ ਦੇ ਵਿੱਚੋਂ ਕੀ ਖੱਟਣਗੇ ਤੇ ਕੀ ਗਾਉਣਗੇ, ਇਸ ਬ੍ਰੇਕ ਤੋਂ ਬਾਅਦ ਚਰਚਾ ਕਰਾਂਗੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ। ਅਕਾਲ ਚੈਨਲ ਦੇ ਸਤਿਕਾਰਯੋਗ ਦਰਸ਼ਕਾਂ ਦਾ ਇਸ ਵਿਸ਼ੇਸ਼ ਪ੍ਰੋਗਰਾਮ ਜਿਹੜਾ ਕਿ ਸਮੇਤ ਸਿੰਘ ਸੈਣੀ ਹੋਰਾਂ ਦੇ ਦਰਜ ਹੋਏ ਕੇਸ ਦੇ ਮਾਮਲੇ ਦੇ ਵਿੱਚ ਚਰਚਾ ਦੇ ਵਿੱਚ, ਔਰ ਉਸ ਦੇ ਵਿੱਚ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਦਾ ਸਵਾਗਤ ਕਰਦਾ। ਨਾਲ ਸਵਾਗਤ ਕਰਦਾ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਤੇ ਖਾਸ ਕਰਕੇ ਸਮੇਤ ਸਿੰਘ ਸੈਣੀ ਹੋਰਾਂ ਦੇ ਸਾਰੇ ਸੈਗਮੈਂਟ ਨੂੰ ਆਪਣੇ ਸਟੂਡੈਂਟ ਲਾਈਫ ਦੇ ਵਿੱਚ ਬੜਾ ਨੇੜਿਓਂ ਹੰਡਾਉਣ ਵਾਲੇ ਸੁਰਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਬਟਾਲਾ ਤੋਂ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਸਿੰਘ ਜੀ, ਹੁਣ ਕੈਪਟਨ ਅਮਰਿੰਦਰ ਸਿੰਘ ਕੀ ਦੇਖੋ ਸਮੇਤ ਸਿੰਘ ਸੈਣੀ ਹੋਰੀ ਬੜੀ ਸਟਰੋਂਗ ਲੌਬੀ 'ਚ ਨੇ, ਬੜੀ ਦੀਦਾ ਦਲੇਰੀ ਨਾਲ ਉਹਨਾਂ ਨੇ ਜੋ ਵੀ ਕੁਝ ਕੀਤਾ ਬੜਾ ਬੋਲਡ ਹੋ ਕੇ ਕੀਤਾ, ਉਹਦੇ 'ਚ ਕੋਈ ਦੋਰਾਵਾ ਨਹੀਂ। ਇਹ ਮਤਲਬ ਨੈਕ ਟੂ ਨੈਕ ਫਾਈਟ ਰਹੀ ਹੈ, ਹੁਣ ਵੀ ਹੋ ਰਹੀ ਹੈ, ਹੁਣ ਸਰਕਾਰਾਂ ਨਾਲ ਹੋ ਰਹੀ ਹੈ। ਪਹਿਲਾਂ ਕਾਂਗਰਸ ਪਾਰਟੀ ਦੇ ਨਾਲ ਹੀ ਰਹਿ ਕੇ ਇਹ ਕੰਮ ਕੀਤਾ ਇਹਨਾਂ ਨੇ, ਜੋ ਕੀਤਾ ਯਾਨੀ ਕਿ ਸਟੇਟ ਨੇ ਇਹਨਾਂ ਨੂੰ ਵੀ ਵਰਤਿਆ, ਇਹਨਾਂ ਨੇ ਸਟੇਟ ਨੂੰ ਵਰਤਿਆ। ਤੇ ਹੁਣ ਹਰ ਛੋਟੇ ਵੱਡੇ ਨੇਤਾ ਦੀਆਂ ਜਨਮ ਪੱਤਰੀਆਂ ਵੀ ਸਮੇਤ ਸਿੰਘ ਸੈਣੀ ਕੋਲ ਨੇ। ਕੈਪਟਨ ਅਮਰਿੰਦਰ ਸਿੰਘ ਦਾ ਸਿਟੀ ਸੈਂਟਰ ਘੁਟਾਲੇ 'ਚ ਰਾਹਤ ਮਿਲ ਗਈ ਸੀ ਤੇ ਸੈਣੀ ਹੋਰਾਂ ਨੇ ਉੱਥੇ ਬੂੜੀਆ ਠੋਕ ਦਿੱਤਾ, ਕੁੱਤਾ ਫਸਾ ਲਿਆ। ਇਸ ਤੋਂ ਬਿਨਾਂ ਹੁਣ ਕਪਤਾਨ ਸਾਹਿਬ ਦੀ ਜਦੋਂ ਕਿਤਾਬ ਆਈ ਸੀ, ਉਦੋਂ ਕਪਤਾਨ ਸਾਹਿਬ ਨੇ ਆਪਣੀ ਕਿਤਾਬ ਦੇ ਦੌਰਾਨ ਖੁਦ ਇਹ ਗੱਲ ਇੱਕ ਬਾਲੀਆ ਬਿਆਨ ਕੀਤਾ ਸੀ, ਕਿਹਾ ਸੀ ਕਿ ਮੈਂ 21 ਦੇ ਕਰੀਬ ਸਿੱਖ ਮੁੰਡੇ ਪੰਜਾਬ ਦੇ ਜੁਝਾਰੂ ਪੇਸ਼ ਕਰਾਏ ਸੀ, ਪਰ ਉਹਨਾਂ ਨੂੰ ਮਾਰ ਦਿੱਤਾ ਗਿਆ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ, ਇਨਕਾਊਂਟਰ ਕਰ ਦਿੱਤੇ ਗਏ। ਕਿਸੇ ਨੂੰ ਪੇਸ਼ ਕਰਨਾ, ਫਿਰ ਧੋਖੇ ਨਾਲ ਇਨਕਾਊਂਟਰ ਹੋ ਜਾਣਾ, ਤੇ ਪੇਸ਼ ਕਰਾਉਣ ਵਾਲਾ ਵੀ ਕਿਤੇ ਨਾ ਕਿਤੇ ਮੌਕੇ ਦਾ ਗਵਾਹ ਹੈ, ਜ਼ਿੰਮੇਵਾਰ ਹੈ ਕਿ ਕੌਣ ਭਾਗੇ ਸੀ। ਜਦੋਂ ਇੱਕ ਬੰਦਾ ਸਰੈਂਡਰ ਕਰ ਗਿਆ, ਕਿਉਂ ਉਸ ਨੂੰ ਮਤਲਬ ਇਸ ਤਰ੍ਹਾਂ ਖੋਹਿਆ ਜਾਂਦਾ। ਕੀ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਦੀਆਂ ਜਾਂ ਜਿਹੜੀ ਧਿਰ ਹੁਣ ਸਮੇਤ ਸਿੰਘ ਸੈਣੀ ਹੋਰਾਂ ਨੂੰ ਫਸਾ ਰਹੀ ਹੈ, ਉਹਦੀਆਂ ਜੋ ਜਨਮ ਪੱਤਰੀਆਂ ਸੈਣੀ ਖੇਮੇ ਕੋਲ ਨੇ, ਉਹ ਕੀ ਅੱਗੇ ਖਿਲਾਰਾ ਪਾਏਗਾ? ਟਵਾਣਾ ਸਾਹਿਬ, ਪਹਿਲੀ ਗੱਲ ਤੇ ਹੈ ਕਿ ਇਹ ਸਮਝ ਲੈਣਾ ਚਾਹੀਦਾ ਕਿ ਸਮੇਤ ਸਿੰਘ ਸੈਣੀ 2002 ਦੇ ਵਿੱਚ ਅਕਾਲੀਆਂ ਦਾ ਨਹੀਂ ਸੀ, ਉਹ ਕਾਂਗਰਸ ਦਾ ਸੀ। ਰਵੀ ਸਿੱਧੂ ਨੂੰ ਪੰਜਾਬ ਪੁਲਿਸ ਸਰਵਿਸ ਕਮਿਸ਼ਨ ਦੇ ਚੇਅਰਮੈਨ ਨੂੰ ਚੱਕਣਾ ਛੋਟੀ ਮੋਟੀ ਗੱਲ ਨਹੀਂ ਸੀ, ਉਹ ਸਮੇਤ ਸਿੰਘ ਸੈਣੀ ਦਾ ਸੀ। ਉੱਥੇ ਕੀ ਹੋਇਆ, ਸਮੇਤ ਸਿੰਘ ਸੈਣੀ ਨੇ ਉਹਨੂੰ ਚੱਕ ਲਿਆ, ਲੇਕਿਨ ਉੱਥੇ ਕੁਛ ਨਾ ਕੁਛ ਹਾਲਾਤ ਐਸੇ ਬਣੇ ਕਿ ਕੁਛ ਵੰਡ ਵੰਡਾਈ ਐਸੀ ਸੀ ਜਿਹਦੇ 'ਚ ਇਹਨਾਂ ਅਫਸਰਾਂ ਦਾ ਝਗੜਾ ਹੋ ਗਿਆ, ਕੁਛ ਕ੍ਰੈਡਿਟ ਲੈਣ 'ਚ, ਉੱਥੋਂ ਸਮੇਤ ਸਿੰਘ ਸੈਣੀ ਸਾਈਡ ਲਾਈਨ ਹੋ ਗਿਆ, ਉੱਥੋਂ ਇਹਦਾ ਇਹਨਾਂ ਨਾਲ ਵਿਗਾੜ ਪੈ ਗਿਆ ਤੇ ਇਹ ਆ ਕੇ ਅਕਾਲੀ ਦਲ ਦੇ ਖਾਤੇ 'ਚ ਪੈ ਗਿਆ। ਉਧਰੋਂ ਇਹ ਕਿਨਾਰਾ ਕਰਕੇ ਆ ਗਿਆ ਤੇ ਹਾਂ, ਦੂਸਰੇ ਜਿਹੜੇ ਸੀ ਉਸ ਵੇਲੇ ਵਿਜੀਲੈਂਸ ਦੇ ਬਾਕੀ ਅਧਿਕਾਰੀ ਉਹ ਸਾਰੇ ਕੈਪਟਨ ਦੇ ਖਾਤੇ 'ਚ ਚਲੇ ਗਏ ਤੇ ਇਹ ਅਕਾਲੀ ਦਲ ਦੇ ਖਾਤੇ 'ਚ ਆ ਗਿਆ ਤੇ ਉਦੋਂ ਤੋਂ ਇਹ ਅਕਾਲੀ ਦਲ ਦਾ ਬਣ ਕੇ ਰਹਿ ਗਿਆ। ਅਕਾਲੀ ਦਲ ਨੇ ਫਿਰ 7 ਤੋਂ ਲੈ ਕੇ ਜਿਸ ਤਰ੍ਹਾਂ ਚੱਲਿਆ, ਪਹਿਲਾਂ ਵਿਜੀਲੈਂਸ 'ਚ ਤੇ ਉਹਦੇ ਤੋਂ ਬਾਅਦ ਫਿਰ ਇਹਨੂੰ DGP, ਇਹ ਸਾਰਾ ਕੁਝ ਫਿਰ ਇਹ ਅਕਾਲੀ ਦਲ ਦੇ ਖਾਤੇ 'ਚ ਰਿਹਾ। ਈਵਨ ਕਿ ਜੇ ਬਹਿਬਲ ਕਲਾਂ ਤੇ ਜਿਹੜਾ ਜਵਾਰ ਸਿੰਘ ਵਾਲਾ ਤੇ ਬਰਗਾੜੀ ਜੇ ਉਹ ਕੁਛ ਨਾ ਹੁੰਦਾ ਤੇ ਫਿਰ ਸਮੇਤ ਸਿੰਘ ਸੈਣੀ ਨੂੰ 2017 ਤੱਕ DGP ਦੇ ਅਹੁਦੇ ਤੋਂ ਵੀ ਨਹੀਂ ਸੀ ਕਿਸੇ ਨੇ ਉਤਾਰ ਸਕਣਾ। ਉਹ ਵਿਰੋਧ ਹੋਇਆ, ਵਿਰੋਧ ਵੀ ਇੰਨਾ ਹੋਇਆ ਕਿ ਉਸ ਵਿਰੋਧ ਦੀ ਬਦੌਲਤ ਹੀ ਸੀ ਕਿ ਜਿਹੜੇ ਚਾਪਲੂਸ ਅਕਾਲੀ ਦਲ ਦੇ ਇਰਦ ਗਿਰਦ
ਵੱਖ-ਵੱਖ ਸਮਾਜਾਂ ਦੇ ਤੌਰ ਤੇ ਫਿਰਦੇ ਸੀ ਕਿ ਅਸੀਂ ਫਲਾਣੇ ਸਮਾਜ ਦੇ, ਅਸੀਂ ਫਲਾਣੇ ਦੇ। ਉਹਨਾਂ ਨੇ ਵੀ ਜੋ ਦੇਖਿਆ ਸਮਾਜ ਵਾਲੇ ਉਹਨਾਂ ਨੇ ਜੋ ਦੇਖਿਆ ਕਿ ਇੱਕ ਟ੍ਰੈਪ ਸੀ, ਮਤਲਬ ਅਕਾਲੀਆਂ ਨੂੰ ਇੰਨਾ ਡੈਂਟ ਪਿਆ, ਜਿਵੇਂ ਕਾਂਗਰਸ ਲਈ 84 ਹੈ, ਅਕਾਲੀਆਂ ਲਈ ਬਰਗਾੜੀ ਹੈ, ਠੀਕ ਹੈ, ਉਹਦੇ ਚ ਸਥਿਤੀ ਹੈਂਡਲ ਨਹੀਂ ਹੋਈ, ਸੈਣੀ ਦਾ ਉੱਥੇ ਹੋਣਾ, ਮਤਲਬ ਅਕਾਲੀਆਂ ਦੇ ਲਈ ਬਹੁਤ ਵੱਡਾ ਡੈਂਟ ਸੀ ਜਿਹੜਾ ਪਿਆ ਕਿਸੇ ਕਾਰਨ। ਉਹ ਵੀ ਸਿਆਸੀ ਸੀ ਸਾਰਾ ਕੁਝ। ਹਾਂ ਨਹੀਂ, ਮੈਂ ਬਿਲਕੁਲ ਉਹਦੇ ਨਾਲ ਸਹਿਮਤ ਹਾਂ। ਮਤਲਬ ਉਹਦੇ ਵਿੱਚ ਕੀ ਹੋਇਆ ਕਿ ਫਿਰ ਸਮੇਤ ਸਿੰਘ ਸੈਣੀ ਦੀ ਉੱਥੇ ਛੁੱਟੀ ਕਰਨੀ ਪਈ। ਉਹਨਾਂ ਸੋਚਿਆ ਵੀ ਇਹ ਜਿਹੜਾ ਡੈਂਟ ਪਿਆ ਇਹਨੂੰ ਕਿਤੇ ਨਾ ਕਿਤੇ ਤਾਂ ਕਵਰ ਕਰਨਾ ਪੈਣਾ, ਡੈਮੇਜ ਕੰਟਰੋਲ ਲਈ ਛੁੱਟੀ ਕੀਤੀ ਹੈ, ਉਹਨੂੰ ਕਵਰ ਕਰਨ ਦੇ ਲਈ ਇਹਦੀ ਛੁੱਟੀ ਕੀਤੀ ਗਈ। ਹੁਣ ਛੁੱਟੀ ਕੀਤੀ ਗਈ, ਜਿਸ ਗਰੁੱਪ ਦਾ ਸਮੇਤ ਸਿੰਘ ਸੈਣੀ ਉਸੇ ਗਰੁੱਪ ਦਾ ਹੀ ਡੀਜੀਪੀ ਦੂਜਾ ਲਾਤਾ। ਮਤਲਬ ਜਿਹੜੇ ਇਹਨਾਂ ਦੇ ਗਰੁੱਪ ਨੇ ਉਸੇ ਗਰੁੱਪ 'ਚ ਚੁਣਿਆ ਬਕਾਇਦਾ। ਔਰ ਜਿਸ ਨੂੰ ਸਮੇਤ ਸਿੰਘ ਸੈਣੀ ਤੋਂ ਬਾਅਦ ਡੀਜੀਪੀ ਲਾਇਆ ਗਿਆ, ਬੇਸਿਕਲੀ ਇਹਨਾਂ ਦੇ ਗਰੁੱਪ ਦਾ ਲੀਡਰ ਵੀ ਉਹੀ ਸੀਗਾ, ਲੇਕਿਨ ਉਹਨੂੰ ਲਾ ਦਿੱਤਾ ਗਿਆ ਬਾਅਦ ਦੇ ਵਿੱਚ। ਹੁਣ ਗੱਲ ਕੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਲਓ। ਕੈਪਟਨ ਅਮਰਿੰਦਰ ਸਿੰਘ ਨੇ 2017 ਤੋਂ ਪਹਿਲਾਂ ਤਲਵੰਡੀ ਸਾਬੋ ਗੁਟਕਾ ਸਾਹਿਬ ਪਕੜ ਕੇ ਹੱਥ 'ਚ ਸਹੁੰ ਖਾਧੀ ਸੀ ਕਿ ਮੈਂ ਬਾਈਬਲ ਕਲਾਂ ਤੇ ਬਰਗਾੜੀ ਇਹਦਾ ਇਨਸਾਫ ਲੈ ਕੇ ਦਿਆਂਗਾ ਜੀ। ਲਿਆ। ਅੱਜ ਤੱਕ ਕੀ ਕੁਛ ਹੋਇਆ ਆਪਣੇ ਸਾਹਮਣੇ ਹੈ। ਕਿਉਂਕਿ ਕੈਪਟਨ ਸਾਹਿਬ ਚਾਹੁੰਦੇ ਸੀ ਕਿ ਮੈਂ ਜੋ ਕੁਝ ਵੀ ਕਰਾਂ ਉਹ ਇਸ ਤਰੀਕੇ ਦੇ ਨਾਲ ਕਰਾਂ ਕਿ ਜਦੋਂ ਇਲੈਕਸ਼ਨ 2022 ਦੀ ਨੇੜੇ ਆ ਜਾਏ ਮੈਨੂੰ ਉਹਦਾ ਬੈਨੀਫਿਟ ਮਿਲ ਜਾਵੇ। ਲੇਕਿਨ ਜੋ ਕੁਝ ਹਾਲਾਤ ਬਣੇ, ਆ ਕਰੋਨਾ ਦੀ ਬਦੌਲਤ ਬਣੇ, ਸਾਰਾ ਕੁਝ ਠੱਪ ਹੋ ਕੇ ਰਹਿ ਗਿਆ। ਮੈਨੂੰ ਲੱਗਦਾ ਕੈਪਟਨ ਸਾਹਿਬ ਦੇ ਹੱਥੋਂ ਗੇਮ ਸਾਰੀ ਨਿਕਲ ਚੁੱਕੀ ਆ। ਜੇ 1984 ਦਾ ਇਨਸਾਫ ਨਹੀਂ ਮਿਲਿਆ, ਜਿਹਦਾ ਕਾਂਗਰਸ ਦੇ ਉੱਤੇ ਸਿੱਧਾ ਅਟੈਕ ਆ ਕਿ ਕਾਂਗਰਸ ਨੇ ਉਹ ਸਾਰਾ ਕੁਝ ਕਰਵਾਇਆ, ਸ਼ਰੇਆਮ ਉਹਦਾ ਚਸ਼ਮਦੀਦ ਗਵਾਹ ਅੱਜ ਤੱਕ ਵੀ ਬੈਠੇ ਨੇ, ਠੀਕ ਹੈ। ਉਸੇ ਤਰ੍ਹਾਂ ਹੀ ਜਿਹੜਾ ਬਾਈਬਲ ਕਲਾਂ ਤੇ ਬਰਗਾੜੀ ਤੇ ਜਵਾਹਰ ਸਿੰਘ ਵਾਲਾ, ਇਹ ਜਿੰਨੀਆਂ ਘਟਨਾਵਾਂ ਹੋਈਆਂ ਉਹ ਸਾਰਾ ਕੁਝ ਅਕਾਲੀ ਦਲ ਦੇ ਸਿਰ 'ਚ ਪਿਆ ਹੋਇਆ। ਅਕਾਲੀ ਦਲ ਉਹਦੇ ਤੋਂ ਵੀ ਨਹੀਂ ਭੱਜ ਸਕਦਾ। ਤੇ ਕੈਪਟਨ ਸਾਹਿਬ ਜੇ ਤਾਂ ਇਹ ਸਾਰੇ ਸਾਬਕਾ ਦਾ ਇਨਸਾਫ ਲੈ ਕੇ ਦੇ ਦਿੰਦੇ ਤੇ ਸਮੇਤ ਸਿੰਘ ਸੈਣੀ ਦੇ ਉੱਪਰ ਹੁਣ ਜਿਹੜੀ FIR ਲੌਜ ਹੋਈ ਆ, ਜੇ ਇਹਦੇ 'ਚ ਅਰੈਸਟ ਕਰ ਜਾਂਦੇ ਤਾਂ ਕੈਪਟਨ ਸਾਹਿਬ ਦੇ ਗਲੋਂ ਬਹੁਤਾ ਜਿਹੜਾ ਸਿਆਪਾ ਸੀ ਉਹ ਲੈ ਜਾਣਾ ਸੀ ਤੇ ਕੈਪਟਨ ਸਾਹਿਬ ਨੇ ਹੀਰੋ ਬਣਨਾ ਸੀ। ਪਰ ਬਦਕਿਸਮਤੀ ਮੈਂ ਜਿਵੇਂ ਕਹਿੰਦੇ ਆ ਨਾ, ਜ਼ਖਮੀ ਸ਼ੇਰ ਜਾਂ ਜ਼ਖਮੀ ਸੱਪ ਬਹੁਤ ਖਤਰਨਾਕ ਹੁੰਦਾ। ਨਹੀਂ ਬਿਲਕੁਲ ਕੈਪਟਨ ਨੂੰ ਇਸ ਦਾ ਰਾਸੀ ਲਾਹਾ ਮਿਲੇਗਾ, ਲੋਕਾਂ 'ਚ ਭੱਲ ਜਾਏਗੀ ਕਿ ਹਾਂ ਸੈਣੀ ਤੇ ਪਰਚਾ ਕਰਤਾ, ਜਾਂ ਫਿਰ ਉਲਟਾ ਨੁਕਸਾਨ ਹੋ ਸਕਦਾ। ਨਹੀਂ ਇਹ ਤਾਂ ਇੱਕ ਸੈਕਿੰਡ ਉਹ ਕਹਿੰਦੇ ਆ ਨਾ ਕਿ ਮੇਰੀ ਬਾਰ 'ਚ ਨਾ ਲਾਵੇ ਮੁਲਾਜ਼ਮ, ਪੁਲਿਸ ਨਾਲ ਨਾ ਪਾਵੇ, ਪੁਲਿਸ ਦੀ ਦੋਸਤੀ ਵੀ ਮਾੜੀ, ਪੁਲਿਸ ਦਾ ਵੈਰ ਵੀ ਮਾੜਾ। ਕੀ ਰਹੇਗਾ ਇਹਦਾ ਅਸਰ ਕੈਪਟਨ ਸਰਕਾਰ ਤੇ? ਕੈਪਟਨ ਸਾਹਿਬ ਨੇ 2002 ਤੋਂ 2007 ਤੱਕ ਸਾਰਾ ਕੁਝ ਕਰਕੇ ਦੇਖ ਲਿਆ। 2007 ਤੋਂ ਬਾਅਦ ਜੋ ਕੁਝ ਕੈਪਟਨ ਸਾਹਿਬ ਨਾਲ ਹੋਇਆ, ਕੈਪਟਨ ਸਾਹਿਬ ਨੂੰ ਪਤਾ ਕਿ ਠਾਣਾ ਤਾਂ ਦੂਰ ਦੀ ਗੱਲ ਆ, ਜੇਲ੍ਹ ਵੀ ਕੱਟਣੀ ਬੜੀ ਔਖੀ ਆ। ਉਹ ਹਰ ਬੰਦੇ ਦੇ ਵੱਸ ਦਾ ਰੋਗ ਨਹੀਂ। ਤੇ ਕੈਪਟਨ ਸਾਹਿਬ 80 ਦੇ ਹੋ ਚੁੱਕੇ ਆ। ਜਦੋਂ ਪੰਜਾਬ ਦੀ 2022 ਦੀ ਚੋਣ ਆਉਣੀ ਆ, ਉਸ ਟਾਈਮ ਕੈਪਟਨ ਸਾਹਿਬ 82 ਦੇ ਹੋ ਜਾਣਗੇ ਤੇ 82 ਤੋਂ ਬਾਅਦ ਜੇਲ੍ਹ ਕੱਟਣੀ ਬੜੀ ਔਖੀ ਆ। ਉਹ ਤਾਂ ਕੋਈ ਮਾਤੜ ਹੀ ਕੱਟ ਸਕੂਗਾ, ਬਾਕੀਆਂ ਨੂੰ ਕੱਟਣੀ ਬੜੀ ਔਖੀ ਆ। ਜੇਲ੍ਹ ਕੱਟਣ ਦਾ ਖੈਰ ਅਕਾਲੀ ਤਕੜੇ ਆ। ਹਾਂ ਚਲੋ, ਉਹ ਅਕਾਲੀ ਵੀ ਪਿਛਲੇ ਨਹੀਂ ਟਵਾਣਾ ਸਾਹਿਬ ਉਹ ਪਿਛਲੇ ਹੀ ਤਕੜੇ ਸੀ, ਹੋਣ ਵਾਲੇ ਕੋਈ ਤਕੜੇ ਨਹੀਂ। ਹੋਣ ਵਾਲਿਆਂ ਨੂੰ ਕਿਤੇ 3 ਕੁ ਮਹੀਨੇ ਲਈ ਭੇਜੋ, ਸਾਰਾ ਕੁਝ ਪਤਾ ਲੱਗ ਜੂਗਾ ਕਿ ਭਾਈ ਦੁੱਧ ਕਿਸ ਰੇਟ ਵਿਕਦਾ ਤੇ ਪਾਣੀ ਕਿਸ ਰੇਟ ਵਿਕਦਾ, ਸਾਰਾ ਕੁਝ ਪਤਾ ਲੱਗ ਜੂ। ਜਿੱਥੋਂ ਤੱਕ ਪੋਲੀਟੀਕਲ ਮਾਈਲੇਜ ਦੀ ਗੱਲ ਆ, FIR ਲੌਜ ਕਰਨੀ ਤੇ ਜਿੱਥੇ ਕੋ ਅੱਜ ਤੱਕ ਬਰਗਾੜੀ, ਬਾਈਬਲ ਕਲਾਂ ਤੇ ਜਵਾਹਰ ਸਿੰਘ ਵਾਲਾ ਕੇਸ ਖੜਾ, ਇਹਦਾ ਕੈਪਟਨ ਸਾਹਿਬ ਨੂੰ ਨੁਕਸਾਨ ਹੀ ਆ, ਫਾਇਦਾ ਕੋਈ ਨਹੀਂ ਹੈ ਪੋਲੀਟੀਕਲ। ਜੇ ਕਹਿਣ ਫਾਇਦਾ ਹੋ ਜੂ, ਫਾਇਦਾ ਤਦ ਸੀ ਜਿੰਨੇ ਜ਼ਿੰਮੇਵਾਰ ਅਧਿਕਾਰੀ ਸੀ, ਚਾਹੇ ਉਹ ਰਾਜਨੇਤਾ ਸੀ, ਚਾਹੇ ਉਹ ਪੁਲਿਸ ਦੇ ਸੀ, ਚਾਹੇ ਉਹ ਸਿਵਲ ਦੇ ਸੀ, ਸਾਰੇ ਦੇ ਸਾਰੇ ਪਕੜ ਕੇ ਅੰਦਰ ਦਿੱਤੇ ਹੁੰਦੇ। ਤੇ ਇਧਰੋਂ ਸਮੇਤ ਸਿੰਘ ਸੈਣੀ ਤੇ ਜਿੰਨੀ ਉਹਦੀ ਫੌਜ ਆ ਉਹਨਾਂ ਨੂੰ ਦਿੱਤਾ ਹੁੰਦਾ। ਜਿਹੜੇ ਵੱਡੇ ਕਾਂਡ ਸੀ ਉਹਨਾਂ ਸਾਰਿਆਂ ਦਾ ਇਨਸਾਫ ਲੈ ਕੇ ਦਿੱਤਾ ਹੁੰਦਾ। ਜਿੱਦਾਂ ਕੈਪਟਨ ਸਾਹਿਬ ਨੇ ਜਦੋਂ ਅਜੀਤ ਸਿੰਘ ਪੂਲੇ ਨੂੰ ਪਕੜ ਕੇ ਅੰਦਰ ਦਿੱਤਾ ਸੀ, ਉਹ ਕੈਪਟਨ ਸਾਹਿਬ ਦਾ ਹੀ ਕੰਮ ਸੀਗਾ, ਉਹਨਾਂ ਨੇ ਪਕੜ ਕੇ ਦਿੱਤਾ ਸੀ। ਪਰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਮੇਤ ਸਿੰਘ ਸੈਣੀ ਤੇ ਅਜੀਤ ਸਿੰਘ ਪੂਲਾ ਇਹ ਉਹ ਸੀ ਜਿਨ੍ਹਾਂ ਬਲਵਿੰਦਰ ਸਿੰਘ ਜਟਾਣੇ ਦਾ ਪੂਰਾ ਪਰਿਵਾਰ ਜਿਹੜਾ ਸੀ, ਉਹ ਇੱਕ ਘਰ ਦੇ ਅੰਦਰ ਉੱਪਰੋਂ ਤੇਲ ਪਾ ਕੇ ਅੱਗ ਲਾ ਕੇ ਸਾੜ ਦਿੱਤਾ ਸੀ, ਜਿਉਂਦਾ ਸਾੜਿਆ ਸੀ। ਕੀ ਉਹਦਾ ਇਨਸਾਫ ਮਿਲਿਆ? ਕਿਸੇ ਨੇ ਨਹੀਂ ਦਿੱਤਾ, ਨਾ ਇਨਸਾਫ ਮਿਲਣਾ। ਲੇਕਿਨ ਇਹਦੇ ਵਿੱਚ ਆ ਕਿ ਕੈਪਟਨ ਸਾਹਿਬ ਜੇ ਸੋਚਣ ਕਿ ਇਦਾਂ ਦੀ ਇੱਕ ਅਪਡੇਟ ਆ ਰਹੀ ਹੈ ਕਿ ਅਦਾਲਤ ਨੇ ਜ਼ਮਾਨਤ ਤੇ ਇਨਕਾਰ ਕਰ ਦਿੱਤਾ, ਰੋਕ ਲਾਉਣ ਤੋਂ। ਖੈਰ ਅੱਗੇ ਇਹਨਾਂ ਕੋਲ ਰਾਬਤਾ ਹੈਗਾ ਕਿਉਂਕਿ ਅਗਾਊਂ ਜ਼ਮਾਨਤ ਐਂਟੀਸਪੇਟਰੀ ਬੇਲ ਤੇ ਜਿਹੜਾ ਗ੍ਰਿਫਤਾਰੀ ਤੇ ਰੋਕ ਲਾਉਣ ਤੋਂ ਕੋਰਟ ਨੇ ਇਨਕਾਰ ਕਰ ਦਿੱਤਾ ਕਿਉਂਕਿ ਹੇਠਲੀ ਅਦਾਲਤ ਦੇ ਉੱਪਰ ਬੜੇ ਰਸਤੇ ਨਹੀਂ ਉਹਦੇ ਤੇ ਕੋਰਟ ਇਹਨਾਂ ਨੇ ਉੱਪਰਲੀ ਕੋਰਟ 'ਚ ਕਿਹਾ ਹੋਊਗਾ ਗ੍ਰਿਫਤਾਰੀ ਤੇ ਰੋਕ ਲਾਓ। ਲੇਕਿਨ ਜਿਹੜੀ ਸੈਸ਼ਨ ਕੋਰਟ ਦੇ ਵਿੱਚ ਇਹਨਾਂ ਨੇ ਐਪਲੀਕੇਸ਼ਨ ਲਾਈ ਆ, ਉਹਦੇ ਉੱਤੇ
9 ਤਰੀਕ ਜਿਹੜੀ ਆ 9 ਮਈ ਆ ਉਹ ਪਾਈ ਗਈ ਆ। 9 ਨੂੰ ਰਿਕਾਰਡ ਜਿਹੜਾ ਉਹ ਦੂਸਰਾ ਕੀ ਕਹਿੰਦੇ ਹੁੰਦੇ ਆ ਸਰਕਾਰ ਵੱਲੋਂ ਪੇਸ਼ ਹੋਏਗਾ, ਫਿਰ ਉਹਦੇ ਉੱਤੇ ਜਿਹੜੀ ਆ ਬਹਿਸ ਹੋਏਗੀ, ਉਹਦੇ ਬਾਅਦ ਡਿਸੀਜਨ ਹੋਏਗਾ ਕਿ ਜ਼ਮਾਨਤ ਹੁੰਦੀ ਕਿ ਨਹੀਂ ਹੁੰਦੀ। ਇੱਕ ਹੋਰਾਂ ਨਾਲ ਵੀ ਗੱਲ ਹੋਈ ਸੀ ਜਿਹੜੇ ਮੁਲਤਾਨੀ ਕੇਸ ਤੇ। ਕੁੱਲ ਮਿਲਾ ਕੇ ਇਸ ਕੇਸ ਦਾ ਕੀ ਤੁਸੀਂ ਹਸ਼ਰ ਵੇਖਦੇ ਹੋ ਜਾਂਦੇ ਜਾਂਦੇ? ਟਵਾਣਾ ਸਾਹਿਬ ਹਾਸ਼ਰ ਤਾਂ ਇਹਦਾ ਮੈਨੂੰ ਨਹੀਂ ਕੁਝ ਦਿਖਦਾ। ਜੇ 1984 ਦਾ ਇਨਸਾਫ ਨਹੀਂ ਮਿਲਿਆ, ਜੇ ਬਾਈਬਲ ਕਲਾਂ ਬਰਗਾੜੀ ਤੇ ਬੁਰਜਵਾਰ ਸਿੰਘ ਵਾਲੇ ਦਾ ਇਨਸਾਫ ਨਹੀਂ ਮਿਲਿਆ, ਤੇ ਇਨਸਾਫ ਇਹਦੇ 'ਚ ਵੀ ਨਹੀਂ ਮਿਲਣਾ। ਇਨਸਾਫ ਦੀ ਤਾਂ ਮੈਂ ਪਹਿਲਾਂ ਸ਼ੁਰੂ 'ਚ ਕਹਿ ਚੁੱਕਿਆ ਕਿ ਇਨਸਾਫ ਦੀ ਆਸ ਤਦ ਸੀ ਜੇਕਰ FIR ਇੱਕ ਬੰਨੇ ਲੌਜ਼ ਹੁੰਦੀ ਤੇ ਦੂਜੇ ਬੰਨੇ ਅਰੈਸਟ ਹੋਈ ਹੁੰਦੀ। ਠੀਕ ਹੈ, ਜੈਡ ਸਿਕਿਉਰਿਟੀ ਦੇ ਵਿੱਚ ਤੁਹਾਡੇ ਹੱਥ 'ਚੋਂ ਬੰਦਾ ਨਿਕਲ ਜਾਵੇ ਤੇ ਲਾਹਨਤ ਆ ਇਹੋ ਜੀ ਸਰਕਾਰ ਤੇ। ਇਹੋ ਜੀ ਸਰਕਾਰ ਨੂੰ ਤਾਂ ਸਰਕਾਰ ਕਹਾਉਣ ਦਾ ਹੱਕ ਹੀ ਨਹੀਂ ਹੈ। ਸਰਕਾਰ ਹੋਣੀ ਨਹੀਂ ਚਾਹੀਦੀ ਇਹੋ ਜੀ ਕਿ ਜਿਹਦੇ ਹੱਥ 'ਚੋਂ DGP ਨਿਕਲ ਕੇ ਚੱਲ ਜਾਏ, ਕੋਈ ਮਾੜਾ ਮੋਟਾ ਮੁਲਜ਼ਮ ਚੱਲ ਜਾਏ ਵੱਖਰੀ ਗੱਲ ਆ। 3 ਕਤਲ ਇਕੱਠੇ ਹੋਏ ਹੋਣ, ਇੱਕੋ ਕੇਸ ਦੇ ਵਿੱਚ 3 ਕਤਲ ਨੇ, ਤੇ 3 ਕਤਲਾਂ ਦੇ ਵਿੱਚੋਂ ਉਹ ਵੀ ਇੱਕ DGP ਲੈਵਲ ਦਾ ਅਧਿਕਾਰੀ ਜਿਹੜਾ ਉਹ ਨਿਕਲ ਕੇ ਚੱਲ ਜਾਏ, ਤੇ ਮੇਰੇ ਹਿਸਾਬ ਨਾਲ ਸਰਕਾਰ ਨੂੰ ਸਰਕਾਰ ਕਹਾਉਣ ਦਾ ਹੱਕ ਹੀ ਨਹੀਂ ਹੈ। ਰੁੱਖਾਂ ਨੂੰ ਆਰੀ ਫੇਰ ਨਾ ਡਿੱਗਣਗੇ ਆਲਣੇ, ਪੰਛੀਆਂ ਨੇ ਚਿੜੀਆਂ ਨੇ ਫਿਰ ਕਿਸਤਾਂ ਨੇ ਵੋਟ ਪਾਲਣੇ, ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤਰ ਵੀਰ ਚੁੱਲ੍ਹੇ 'ਚ ਬਾਲਣੇ, ਕਿੰਨਾ ਕੁ ਖੂਨ ਪੀ ਕੇ ਪਿਆਸ ਤੇਰੀ ਬੁਝੇਗੀ, ਦੱਸੀ ਨਹੀਂ ਦੱਸੀ ਬਿੱਲੀਏ 12 ਤਾਲਣੇ। ਅਫਸੋਸ ਕਿ ਇਹ 12 ਤਾਲੀਆਂ ਬਿੱਲੀਆਂ, ਇਹ 12 ਤਾਲੇ ਬਿੱਲੇ, ਇਹਨਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ। ਖੂਨ ਪੀਣ ਦੀ ਫਿਤਰਤ ਇਹਨਾਂ ਦੀ ਜਾਂਦੀ ਕੋਈ ਨਹੀਂ। ਪਰ ਆਖਰ ਜਿਸ ਤਰ੍ਹਾਂ ਗੁਰਭਜਨ ਗਿੱਲ ਨੇ ਲਿਖਿਆ ਕਿ ਲੱਭਾਂਗੇ ਮਗਦਾ ਸੂਰਜ ਗੁੰਮਿਆ ਗਵਾਚਿਆ, ਲੱਭਾਂਗੇ ਮਗਦਾ ਸੂਰਜ ਗੁੰਮਿਆ ਗਵਾਚਿਆ, ਭਾਵੇਂ ਸਾਨੂੰ ਪੈਣਗੇ ਸਾਗਰ ਹੰਗਾਲਣੇ। ਸੋ ਹਰ ਬੰਦੇ ਦਾ ਫਰਜ਼ ਹੈ, ਜਰਨਲਿਜ਼ਮ ਜੁਡੀਸ਼ਰੀ ਦਾ ਤਾਂ ਮੁੱਢਲਾ ਫਰਜ਼ ਹੈ ਕਿ ਉਹ ਕਿਸੇ ਵੀ ਪੱਖ ਨੂੰ ਆਪਣੇ ਤੇ ਭਾਰੂ ਨਾ ਪੈਣ ਦੇਵੇ, ਭਾਵੇਂ ਉਸ ਦਾ ਧਰਮ ਵਿਸ਼ੇਸ਼ ਹੀ ਕਿਉਂ ਨਾ ਹੋਵੇ। ਇਹ ਨਹੀਂ ਕਿ ਬਾਂਦਰ ਦੇ ਦਰਸ਼ਨ ਕਰਕੇ ਤੁਸੀਂ ਅਯੁੱਧਿਆ ਕੇਸ ਦੇ ਤਾਲੇ ਖੋਲ੍ਹਦੇ ਹੋ। ਮਤਲਬ ਜਰਨਲਿਜ਼ਮ ਤੇ ਧਰਮ, ਜੁਡੀਸ਼ਰੀ ਤੇ ਧਰਮ ਵੀ ਨਹੀਂ ਭਾਰੂ ਪੈਣੇ ਚਾਹੀਦੇ। ਕਿਸੇ ਵੀ ਸ਼ੋਭੇ ਤੇ ਧਰਮ ਭਾਰੂ ਨਹੀਂ ਪੈਣਾ ਚਾਹੀਦਾ, ਕਿਉਂਕਿ ਕੁਝ ਸ਼ੋਭਿਆਂ ਦੇ ਤਾਂ ਬਿਲਕੁਲ ਬੇਲਾਗ ਹੋਣਾ ਚਾਹੀਦਾ। ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਵੈਰ। ਸੋ ਇਸ ਕਰਕੇ ਉਮੀਦ ਕਰਦੇ ਹਾਂ ਕਿ ਲੱਭਾਂਗੇ ਮਗਦਾ ਸੂਰਜ ਗੁੰਮਿਆ ਗਵਾਚਿਆ, ਭਾਵੇਂ ਸਾਨੂੰ ਪੈਣਗੇ ਸਾਗਰ ਹੰਗਾਲਣੇ, ਤਾਂ ਜੋ ਇਸ ਤਰ੍ਹਾਂ ਸੱਥਰ ਨਾ ਵਿਸਰਨ ਗੁਰੂਆਂ ਦੇ ਵਰਸਾਏ ਪੰਜਾਬ ਦੀ ਧਰਤੀ ਤੇ। ਸੋ ਸਰਿੰਦਰ ਸਿੰਘ ਜੀ, ਤੁਸੀਂ ਉਹ ਯਾਦਾਂ ਜੋ ਆਪਣੇ ਤਨ ਤੇ ਹੰਡਾਈਆਂ, ਉਹ ਕੇਸ ਜਿੱਥੋਂ ਇਹ ਸ਼ੁਰੂ ਹੋਇਆ ਸੀ, ਉਹ ਸਾਰੀਆਂ ਤੰਦਾਂ ਸਾਂਝੀਆਂ ਕੀਤੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖਾਸ ਮੁੱਦਿਆਂ ਤੇ ਗੱਲਬਾਤ ਕਰਾਂਗੇ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਵਿਦਿਆਰਥੀ ਲਹਿਰ ਦੇ ਉੱਘੇ ਆਗੂ ਰਹੇ ਸਰਿੰਦਰ ਸਿੰਘ ਆਪਣੇ ਨਾਲ ਜੁੜੇ ਸਨ। ਸੋ ਇਸ ਦੇ ਨਾਲ ਹੀ ਅਕਾਲ ਚੈਨਲ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਮੈਂ ਪਰਮਿੰਦਰ ਸਿੰਘ ਟਿਵਾਣਾ ਇੱਥੇ ਵੀ ਜਗ੍ਹਾ ਚਾਹਾਂਗਾ। ਸਤਿ ਸ਼੍ਰੀ ਅਕਾਲ।